ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ। ਸ਼ਾਮ ਦੇ ਸਮੇਂ ਦੀਆਂ ਮਹਾਰਾਜ ਨੇ ਸਤਸੰਗ ਘੜੀਆਂ ਬਖਸ਼ਿਸ਼ ਕੀਤੀਆਂ ਹਨ। ਆਓ ਜੋ ਦਸਾਂ ਪਾਤਸ਼ਾਹੀਆਂ ਦਾ ਇਤਿਹਾਸ ਬਹੁਤ ਹੀ ਸਤਿਕਾਰਯੋਗ ਸ੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ ਤ੍ਰਿਹਣ ਵੰਸ, ਜਿਨ੍ਹਾਂ ਨੇ ਬਹੁਤ ਸਤਿਕਾਰ ਦੇ ਸਹਿਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਲਿਖਿਆ ਹੈ। ਇਸ ਇਤਿਹਾਸਕ ਗ੍ਰੰਥ ਦੀ ਲੜੀਵਾਰ ਜੋ ਕਥਾ ਚੱਲ ਰਹੀ ਹੈ, ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਦ ਸਤਿਗੁਰੂ ਜੀ ਦੇ ਪਾਵਨ ਪ੍ਰਸੰਗ ਜੀਵਨ ਦੇ ਆਪਾਂ ਸਰਵਣ ਕਰਦੇ ਆ ਰਹੇ ਹਾਂ। ਪਰਸੋਂ ਆਪਾਂ 51ਵਾਂ ਜੋ ਘਰ 53ਵੇਂ ਘਰ ਦਾ ਪ੍ਰਸੰਗ ਤੇ ਕੁਝ ਪ੍ਰਸੰਗ 54ਵੇਂ ਘਰ ਦਾ ਸਰਵਣ ਕੀਤਾ। ਜੋ 53ਵੇਂ ਘਰ ਦੇ ਵਿੱਚ ਆਪਾਂ ਇਹ ਪ੍ਰਸੰਗ ਸਰਵਣ ਕੀਤਾ ਹੈ ਕਿ ਮਹਾਰਾਜ ਕਿਵੇਂ ਬਗਦਾਦ ਗਏ, ਉੱਥੋਂ ਦੇ ਰਾਜੇ ਗੁਰੂ ਚਰਨਾਂ ਵਿੱਚ ਆਇਆ ਹੈ। ਦਸਤਗੀਰ ਪੀਰ ਨੂੰ ਮਹਾਰਾਜ ਜੀ ਨੇ ਉਪਦੇਸ਼ ਦਿੱਤਾ, ਜੋ ਲੱਖਾਂ ਆਕਾਸ਼ ਲੱਖਾਂ ਪਾਤਾਲ ਉਹ ਮਹਾਰਾਜ ਨੇ ਉਸ ਦੇ ਪੁੱਤਰ ਨੂੰ ਦਿਖਾ ਕਰਕੇ ਸਭ ਪ੍ਰਤੱਖ ਕੀਤਾ ਹੈ। ਔਰ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਸਤਿਕਾਰ ਵਿੱਚ ਜਿਹੜਾ ਰਾਜਾ ਸੀ ਜਦੋਂ ਆਇਆ ਉਹਦੇ ਪੁੱਤਰ ਨਹੀਂ ਸੀ, ਮਹਾਰਾਜ ਨੇ ਕਿਰਪਾ ਕੀਤੀ ਉਹਦੇ ਘਰ ਔਲਾਦ ਹੋਈ ਤਾਂ ਉਹਦੀ ਜਿਹੜੀ ਪਟਰਾਣੀ ਸੀ ਬਹੁਤ ਚੰਗੀ ਬੁੱਧ ਵਾਲੀ ਸੀ। ਉਸ ਨੇ ਇੱਕ ਅਦਭੁਤ ਚੋਲਾ ਮਹਾਰਾਜ ਵਾਸਤੇ ਤਿਆਰ ਕੀਤਾ, ਜਿਹਦੇ ਉੱਤੇ ਸਾਰਾ ਕੁਰਾਨ ਲਿਖਿਆ, ਤੇ ਉਹ ਮਹਾਰਾਜ ਨੂੰ ਭੇਟ ਕਰਨ ਵਾਸਤੇ ਲਿਆਏ। ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹ ਫਿਰ ਜਿਹੜਾ ਚੋਲਾ ਸੀ ਦਸਤਗੀਰ ਦੇ ਪੁੱਤਰ ਨੂੰ ਦੇਤਾ ਕਿ ਸਾਡੀ ਨਿਸ਼ਾਨੀ
ਇਹ ਤੂੰ ਸੰਭਾਲ ਕੇ ਰੱਖ। ਉਹਨੇ ਆਦਰ ਨਾਲ ਘਰ ਰੱਖਿਆ। ਫਿਰ ਗੁਰੂ ਕੀ ਅੰਸ਼-ਵੰਸ਼ ਬਾਬਾ ਕਾਬਲੀ ਮੱਲ ਜੀ ਕਦੇ ਉਧਰ ਗਏ ਤਾਂ ਦਸਤਗੀਰ ਪੀਰ ਦਾ ਉਦੋਂ ਪੋਤਰਾ ਸੀ। ਉਸ ਦੀ ਗੱਦੀ ਤੇ ਉਹਦੇ ਕੋਲੋਂ ਉਹ ਚੋਲਾ ਫਿਰ ਲਿਆ ਕਰਕੇ ਡੇਰਾ ਬਾਬਾ ਨਾਨਕ ਸਥਾਪਿਤ ਕਰ ਦਿੱਤਾ। ਉਸ ਉਪਰੰਤ ਆਪਾਂ 54ਵੇਂ ਘਰ ਦੀ ਕਥਾ ਜਿਹੜੀ ਹੈ ਸਰਵਣ ਕੀਤੀ ਕਿ ਭਾਈ ਮਰਦਾਨਾ ਭਾਈ ਬਾਲਾ ਸਤਿਗੁਰਾਂ ਦੇ ਨਾਲ ਨੇ ਖੁਰਮੇ ਸ਼ਹਿਰ ਪਹੁੰਚੇ ਹੈ, ਜਿੱਥੇ ਫਿਰ ਗੁਰਮੁਖੋ ਭਾਈ ਮਰਦਾਨਾ ਜੀ ਅਕਾਲ ਚਲਾਣਾ ਕੀਤੇ। ਸਤਿਗੁਰਾਂ ਨੇ ਸਭ ਕੁਝ ਪਹਿਲਾਂ ਹੀ ਦਿਖਾ ਦਿੱਤਾ। ਪੁੱਛਿਆ ਸੀ, ਭਾਈ ਮਰਦਾਨਿਆਂ ਵੀ ਇਹ ਦੱਸ, ਤੇਰਾ ਸਰੀਰ ਨੂੰ ਦੱਬੀਏ ਤੁਰਕਾਂ ਵਾਲੀ ਕਿਰਿਆ ਕਰਨੀ ਹੈ ਜਾਂ ਫਿਰ ਸੰਸਕਾਰ ਕਰੀਏ? ਕਹਿੰਦਾ, ਮਹਾਰਾਜ ਹੁਣ ਮੈਨੂੰ ਤੁਰਕਾਂ 'ਚ ਕਿਉਂ ਰਲਾਉਂਦੇ ਹੋ? ਮੈਂ ਤੁਹਾਡੇ ਚਰਨੀ ਲੱਗ ਗਿਆ ਹਾਂ, ਕਿਰਪਾ ਕਰੋ ਮੇਰੇ ਸਰੀਰ ਦਾ ਸੰਸਕਾਰ ਕਰ ਦਿਓ। ਮਹਾਰਾਜ ਨੇ ਫਿਰ ਉਹਦੇ ਸਰੀਰ ਦਾ ਸੰਸਕਾਰ ਕੀਤਾ। ਖੁਰਮੇ ਸ਼ਹਿਰ ਦੇ ਵਿੱਚ ਭਾਈ ਮਰਦਾਨੇ ਦਾ ਡੇਰਾ ਬਣਿਆ। ਇਹਦੇ ਪੁੱਤਰ ਨੂੰ ਵੀ ਉੱਥੇ ਬੁਲਾ ਲਿਆ ਸੀ। ਫਿਰ ਭਾਈ ਮਰਦਾਨੇ ਦਾ ਪਰਿਵਾਰ ਉੱਥੇ ਹੀ ਰਿਹਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤੋਂ ਅੱਗੇ ਫਿਰ ਚੱਲਣਾ ਕੀਤਾ। ਜੋ ਭਾਈ ਮਰਦਾਨਾ ਜੀ ਦੀ ਅਕਾਲ ਚਲਾਣੇ ਦੀ ਤਿੱਥ ਮਿਤੀ ਹੈ, ਇਹ ਹੋਰ ਕਿਸੇ ਗ੍ਰੰਥਾਂ ਵਿੱਚ ਨਹੀਂ ਆਉਂਦੀ ਬਹੁਤਾ। ਸੰਤਰੇਣ ਕਵੀ ਪ੍ਰੇਮ ਸਿੰਘ ਜੀ ਨੇ ਇੱਥੇ ਦਿੱਤਾ ਹੈ ਕਿ ਸ਼ਾਹੀ ਸੰਮਤ 54 ਮਾਹੀ, ਮੱਘਰ ਤੇਰਸ ਸਥਿਤ ਜਬ ਆਹੀ, ਮਰਦਾਨੇ ਨੇ ਕੀਨ ਚਲਾਨਾ, ਇਹ ਤੇ ਚੱਲੇ ਗੁਰੂ ਗਤ ਦਾਨਾ। ਨਾਨਕ ਸ਼ਾਹੀ ਸੰਮਤ 54 ਭਾਵ ਮਹਾਰਾਜ ਨੂੰ 54ਵਾਂ ਸਾਲ ਸੀ ਉਮਰ ਸਰੀਰ ਰੂਪ ਦੇ ਵਿੱਚ, ਔਰ ਮੱਘਰ ਦੀ 13ਵੀਂ ਥਿੱਤ 13 ਮੱਘਰ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਉਸ ਦਿਨ ਭਾਈ ਮਰਦਾਨੇ ਨੂੰ, ਜੋ ਕਿ ਆਤਮਿਕ ਤੌਰ ਤੇ ਪਹਿਲਾਂ ਹੀ ਪਾਤਸ਼ਾਹ ਜੀ ਦੇ ਵਿੱਚ ਭੇਦ ਸੀ, ਉਸ ਨੂੰ ਆਪਣੀ ਚਰਨੀ ਭੇਦ ਕੀਤਾ। ਇੱਥੋਂ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਗਏ ਹੈ। ਆਓ ਅਗਲੀ ਕਥਾ ਪ੍ਰੇਮ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁੰਦਰ ਨਗਰ ਕੰਧਾਰ ਜੋ ਹੈ, ਇੱਥੇ ਇੱਕ ਸੋਹਣਾ ਨਗਰ ਹੈ ਕੰਧਾਰ। ਇੱਕ ਤਾਂ ਕਾਬਲ ਕੰਧਾਰ, ਜਿਵੇਂ ਇਹ ਆਪਾਂ ਦੇਖੋ ਸਰਵਣ ਕਰਦੇ ਹਾਂ, ਵੱਡੇ ਸ਼ਹਿਰ ਸੀ ਇਹ ਉਹਨਾਂ ਸਮਿਆਂ ਵਿੱਚ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਕੰਧਾਰ ਭਾਈ ਸੋਹਣਾ ਸੁੰਦਰ ਨਗਰ ਹੈ, 3 ਕੋਸ ਪਰ ਨਦ ਇੱਕ ਬਹਿ, ਉਹ ਤੋਂ 3 ਕੋਹ ਤੇ ਇੱਕ ਨਦੀ ਬਹਿੰਦੀ ਹੈ। ਅਰਗੰ ਦਵ ਨਾਮ ਜਿਸ ਘੇਰਾ, ਜਿਹਦਾ ਨਾਂ ਅਰਗੰ ਦਵ ਉਸ ਨਦੀ ਦਾ ਹੈ। ਤਾਹੇ ਕੂਲ ਇੱਕ ਫਕਰ ਬਸੇਰਾ, ਉਸ ਦੇ ਕਿਨਾਰੇ ਦੇ ਉੱਤੇ ਇੱਕ ਫਕਰ ਫਕੀਰ ਦਾ ਬਾਸਾ, ਭਾਵ ਇੱਕ ਫਕੀਰ ਰਹਿੰਦਾ ਸੀ। ਯਾਰ ਬਲੀ ਸਥੋ ਨਾਮ ਤਿਸੀ ਕੋ, ਉਸ ਦਾ ਨਾਮ ਯਾਰ ਬਲੀ ਸੀ। ਤਿਸ ਗੁਰ ਜਾਏ ਮਿਲੇ ਬਿਦ ਨੀਕੋ, ਉਸ ਨੂੰ ਜਾ ਕੇ ਸਤਿਗੁਰੂ ਜੀ ਸ਼ੁਭ ਤਰੀਕੇ ਸਹਿਤ ਮਿਲੇ ਹਨ। ਭੂਜਨ ਹਿਤ ਤਹਿ ਬਚਨ ਉਚਾਰਾ, ਤੇ ਉਸ ਨੂੰ ਪੁੱਛਣ ਦੇ ਵਾਸਤੇ ਉਸ ਯਾਰ ਵਲੀ ਫਕੀਰ ਨੇ ਮਹਾਰਾਜ ਨੂੰ ਇਹ ਬਚਨ ਕਹੇ, ਗੁਫਤਹੁ ਆਪਨੋ ਨਾਮ ਚਿਦਾਰਾ। ਗੁਫਤੋ ਦਾ ਅਰਥ ਹੁੰਦਾ ਹੈ ਕਹਿਣਾ। ਇਹ ਕਿਰਪਾ ਕਰਕੇ ਆਪਣਾ ਜਿਹੜਾ
ਨਾਮ ਕੀ ਹੈ ਚਿਦਾਰਾ, ਕੀ ਨਾਮ ਹੈ ਤੁਹਾਡਾ, ਉਹ ਦੱਸਣਾ ਕਰੋ। ਮੇਰਾ ਨਾਮ ਨਾਨਕ ਨਿਰੰਕਾਰੀ। ਮਹਾਰਾਜ ਕਹਿੰਦੇ ਸਾਡਾ ਨਾਮ ਨਾਨਕ, ਨਿਰੰਕਾਰੀ ਹਾਂ ਅਸੀਂ, ਭਾਵ ਨਿਰੰਕਾਰ ਨੂੰ ਮੰਨਣ ਵਾਲੇ। ਨਾਨਕ ਨਾਮ ਹੈ ਕਹੈ ਮਾਇਨੋ ਕਰੋ ਉਚਾਰੀ। ਕਹੈ ਮਾਇਨੋ, ਉਹ ਕਹਿੰਦਾ ਜੀ ਫਿਰ ਇਹ ਦੱਸੋ ਵੀ ਇਹਦਾ ਮਾਇਨਾ ਕੀ ਹੈ, ਇਹਦੇ ਅਰਥ ਕੀ ਨੇ ਨਾਮ ਦੇ। ਬੰਦਾ ਹੋ ਖੁਦਾਏ ਕਾ ਜਾਨੋ। ਮਹਾਰਾਜ ਕਹਿੰਦੇ ਆ ਜਾਰਵਲੀ ਫਕੀਰ, ਇਹਦਾ ਅਰਥ ਹੈ ਵੀ ਤੂੰ ਸਾਨੂੰ ਖੁਦਾ ਦੇ ਬੰਦੇ ਜਾਣ ਲੈ। ਪੁਨ ਬੂਝਤ ਨਿਜ ਪੀਰ ਬਖਾਨੋ। ਫਿਰ ਪੁੱਛਣ ਦੇ ਵਾਸਤੇ ਫਿਰ ਪੀਰ ਕਹਿੰਦਾ ਹੈ, ਯਕ ਖੁਦਾਏ ਹੈ ਦਿਗਰ ਨ ਕੋਈ। ਕਹਿੰਦਾ ਖੁਦਾ ਇੱਕ ਹੈ, ਹੋਰ ਕੋਈ ਜਿਹੜਾ ਹੈ ਉਸ ਵਰਗਾ ਭਾਵ ਦੂਜਾ ਨਹੀਂ ਹੈ। ਮਹਾਰਾਜ ਨੇ ਇਹੀ ਉਪਦੇਸ਼ ਵੀ ਖੁਦਾ ਤੈਂ, ਗੁਰਮਤਿ ਦੇ ਵਿੱਚ ਵੀ ਇਹੀ ਹੈ ਕਿ ਅਕਾਲ ਪੁਰਖ ਪ੍ਰਮਾਤਮਾ ਇੱਕ ਹੈ। ਲੇਕਿਨ ਜਿਹੜਾ ਗੁਰਮਤਿ ਦੇ ਵਿੱਚ ਇੱਕ ਦਾ ਭਾਵ ਹੈ ਨਾ, ਉਹ ਬਹੁਤ ਵੱਡਾ ਹੈ। ਉਹ ਇੱਕ ਦੇ ਵਿੱਚ ਸਭਨਾ ਜੀਆਂ ਕਾ ਦਾਤਾ ਆਉਂਦਾ ਹੈ। ਲੇਕਿਨ ਮੁਸਲਮਾਨੀ ਮਤ ਦੇ ਵਿੱਚ ਉਹ ਖੁਦਾ ਨੂੰ ਇੱਕ ਤਾਂ ਮੰਨਦੇ ਨੇ, ਪਰ ਸਭਨਾ ਜੀਆਂ ਕਾ ਦਾਤਾ ਨਹੀਂ ਮੰਨਦੇ। ਉਹ ਕਹਿੰਦੇ ਨੇ ਵੀ ਕੇਵਲ ਖੁਦਾ ਨੇ ਜਿਹੜੀ ਚੰਗੀ ਚੀਜ਼ ਸ੍ਰਿਸ਼ਟੀ ਬਣਾਈ ਹੈ ਉਹ ਮੁਸਲਮਾਨ ਬਣਾਏ ਨੇ, ਬਾਕੀ ਤਾਂ ਉਹ ਤੋਂ ਐਵੇਂ ਗਲਤੀ ਨਾ ਬਣ ਗਏ। ਇਹ ਹੋਣੇ ਨਹੀਂ ਚਾਹੀਦੇ ਸਨ। ਇਸ ਕਰਕੇ ਇਹਨਾਂ ਨੂੰ ਵੀ ਮੁਸਲਮਾਨ ਬਣਾਓ ਤਾਂ ਕਿ ਖੁਦਾ ਦੀ ਖੁਸ਼ੀ ਮਿਲ ਜੇ, ਆਪਾਂ ਉਹਦੀ ਗਲਤੀ ਨੂੰ ਸੁਧਾਰ ਦਈਏ। ਇਸ ਕਰਕੇ ਗੁਰਬਾਣੀ ਵਿੱਚ ਵੀ ਇਹ ਬਚਨ ਆਉਂਦੇ ਆ, ਹਿੰਦੂ ਅੰਨਾ ਤੁਰਕੂ ਕਾਣਾ, ਭਾਵ ਇੱਕ ਅੱਖ ਬੰਦ ਹੈ ਇੱਕ ਖੁੱਲੀ ਹੈ। ਇਹ ਕਹਿੰਦੇ ਖੁਦਾ ਇੱਕ ਹੈ, ਪਰ ਉਹ ਦੂਜੇ ਅੱਖ ਬੰਦ ਹੈ, ਸਭਨਾ ਜੀਆਂ ਕਾ ਦਾਤਾ ਨਹੀਂ ਮੰਨਦੇ। ਤੋ ਇਹ ਖੁਦਾ ਇੱਕ ਹੈ, ਦੂਜਾ ਕੋਈ ਹੋਰ ਨਹੀਂ। ਇਸ ਤਰ੍ਹਾਂ ਵਿਚਾਰ ਹੋਈ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਜਾਂ ਇਹ ਭਾਵ ਕਹੇ ਕਿ ਭਾਈ ਨਾਨਕ ਮੈਂ ਉਹਦਾ ਖੁਦਾ ਦਾ ਬੰਦਾ ਹਾਂ। ਪੁਨ ਬੂਝਤ ਨਿਜ ਪੀਰ ਬਖਾਨੋ। ਤਾਂ ਫਿਰ ਇਉਂ ਪੁੱਛਣ ਤੇ ਮਹਾਰਾਜ ਦੱਸਦੇ ਨੇ, ਯਕ ਖੁਦਾਏ ਹੈ ਦਿਗਰ ਨਾ ਕੋਈ। ਜੋ ਖੁਦਾ ਉਹ ਇੱਕ ਹੈ ਪਰਮਾਤਮਾ, ਉਸ ਵਰਗਾ ਕੋਈ ਹੋਰ ਨਹੀਂ। ਜਗਤ ਮੁਰੀਦ ਪੀਰ ਵੱਡ ਸੋਈ। ਸਾਰਾ ਜਗਤ ਉਸ ਦਾ ਮੁਰੀਦ ਹੈ। ਹੁਣ ਇੱਥੇ ਦੇਖੋ ਗੁਰਮਤਿ ਦਾ ਸਿਧਾਂਤ ਵੀ ਮਹਾਰਾਜ ਨੇ ਦੱਸਤਾ। ਮੁਸਲਮਾਨ ਤਾਂ ਕਹਿੰਦੇ ਨੇ ਵੀ ਆਪਾਂ ਹੀ ਆ ਉਸ ਦੇ ਖਾਸ। ਮਹਾਰਾਜ ਕਹਿੰਦੇ ਜਗਤ ਪੀ ਮੁਰੀਦ, ਸਾਰਾ ਹੀ ਜਗਤ ਭਾਈ ਉਸ ਦਾ ਮੁਰੀਦ ਹੈ। ਪੀਰ ਵੱਡ ਸੋਈ, ਉਹ ਸਾਰਿਆਂ ਦਾ ਹੀ ਪਰਮੇਸ਼ਰ ਵੱਡਾ ਪੀਰ ਹੈ। ਬਚਨ ਸੁਨਤ ਤਾਂ ਦੇਖ ਨਿਹਾਲਾ। ਮਹਾਰਾਜ ਦੇ ਬਚਨ ਸੁਣੇ, ਮਹਾਰਾਜ ਦੇ ਦਰਸ਼ਨ ਕੀਤੇ ਤੇ ਉਹ ਜਿਹੜਾ ਪੀਰ ਸੀ ਉਹ ਨਿਹਾਲ ਹੋ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਕੇ ਭੰਜੋ ਧਰਿਓ ਚਰਨ ਪਰ ਸਿਰ ਤਤਕਾਲਾ। ਉਸ ਨੇ ਤੁਰੰਤ ਮਹਾਰਾਜ ਦੇ ਚਰਨਾਂ ਤੇ ਸੀਸ ਰੱਖਿਆ ਹੈ। ਤੁਮ ਖੁਦਾਏ ਹੋ ਧਰਿਓ ਸਰੀਰਾ। ਇਹ ਗੱਲ ਕਹੀ ਕਿ ਮਹਾਰਾਜ ਤੂੰ ਖੁਦਾ ਹੈ, ਖੁਦਾ ਨੇ ਹੀ ਤੂੰ ਸਰੀਰ ਧਾਰਿਆ ਹੈ। ਭੰਜੋ ਜਨਮ ਮਰਨ ਕੀ ਪੀਰਾ। ਕਿਰਪਾ ਕਰਕੇ ਆ ਜੰਮਣ ਮਰਨ ਦੀ ਜਿਹੜੀ ਪੀੜ ਹੈ, ਦੁੱਖ ਹੈ, ਇਹਦਾ ਨਾਸ਼ ਕਰ ਦੇਵੋ। ਮੈਂ ਜਾਣੇ ਨਿਜ ਪੀਰ ਵਿਸਾਲਾ। ਮਹਾਰਾਜ ਮੈਂ ਤੁਹਾਨੂੰ ਆਪਣਾ ਵੱਡਾ ਪੀਰ ਮੰਨਿਆ ਹੈ। ਤੁਮਰੋ ਭਾ ਮੁਰੀਦ ਇਹ ਕਾਲਾ। ਇਸ ਸਮੇਂ ਮੈਂ ਸਤਿਗੁਰੂ ਜੀ ਤੁਹਾਡਾ ਮੁਰੀਦ ਬਣ ਗਿਆ ਹਾਂ। ਬੁੱਝੋ ਗੁਰੂ ਨਾਮ ਕੋ ਤੇਰਾ। ਗੁਰੂ ਮਹਾਰਾਜ ਫਿਰ ਉਹਨੂੰ ਪੁੱਛਦੇ ਨੇ, ਭਾਈ ਇਹ ਦੱਸ ਵੀ ਤੇਰਾ ਨਾਮ ਕੀ ਹੈ।
क्यों मुरीद होवत है मेरा। बूझो गुरु नाम को तोरा, क्यों मुरीद होवत है मोरा। तू मेरा भाई काहे वास्ते मुरीद हो रहा है। यार बली जानो मम नामू, कहंदा महाराज मेरा नौ यार बली जान लवो। बनहूं मुरीद मुकत के कामू, महाराज मैं मुक्ति दे कारज लई, भाव मुक्ति दी प्राप्ति वास्ते तुहाडा मुरीद बन रहा हां। तेह की शरधा देख विसाला, उस दी महान वड्डी शरधा वेख के उपदेसो कर दीन दयाला। सतगुरु सच्चे पातशाह महाराज ने जो दीना ते दयालता करन वाले उस नूं भाई फिर उपदेश दिता है। एक निशा बस कै ते सदना, एक रात निशा रात नूं कहंदे है। उस दे घर ਉਹਦੇ डेरे बस करके भाव रह कर। चलन ਤਿਆਰ ਭੇ पंकज बदना, पंकज बदन कमल मुख वाले सतगुरु जी फिर इथों भाई चलण वास्ते तैयार होए हन। यार वली बंदे सिर नाए, यार वली ने सीस नवा करके महाराज नूं बंदना कीती। भई मस्त मत नाम खुदाए, उस दी मत खुदा दे नाम विच जुड़ के मस्त हो गई। तेह ते चल सखर मह आए, इथों चल के फिर सतगुरु जी सखर अफगानिस्तान दे शहर आ जांदे। सखर पखर महाराज सखर इलाका शहर उत्थे पहुंचे हन। सिंध नदी जह बड्डो सुहाए, जिथे भाई बहुत बड़ी नदी है सिंध, भाव दरिया जो बहुत बड़ा शोभदा चलदा है। सपत नदी एक ठां जो चल ही, जिथे 7 नदियां ने इकट्ठियां एक थां चलदियां। बीच बिराजे दुरमत दल ही, दुरमत खोटी मत नूं दलण वाले सतगुरु जी उथे बराज गए। नाम साध बेला तह भयो, उस दा नाम साध बेला स्थान दा पै गया। जगत बिखै गुर थल प्रगटयो, ते ਉਹ ਜਗਤ ਦੇ ਵਿੱਚ ਭਾਈ ਗੁਰੂ ਦਾ ਸਥਾਨ ਪ੍ਰਗਟ ਹੋਇਆ। ਸਿੰਧ ਦੇਸ਼ ਸਿੱਖੀ ਬਿਸਥਾਰੀ, ਇਹ ਸਿੰਧ ਦੇ ਇਲਾਕੇ ਵਿੱਚ ਮਹਾਰਾਜ ਨੇ ਸਿੱਖੀ ਦਾ ਵਿਸਥਾਰ ਕੀਤਾ ਹੈ। ਚੱਲ ਆਏ ਮੁਲਤਾਨ ਮਝਾਰੀ, ਫਿਰ ਭਾਈ ਇੱਥੋਂ ਚੱਲ ਕੇ ਮੁਲਤਾਨ ਵਿੱਚ ਪਹੁੰਚੇ ਹਨ। ਪੀਰ ਬ੍ਰਿੰਦ ਜਹ ਸ਼ਮਸ ਸਮੇਤਾ, ਇਹ ਮੁਲਤਾਨ ਸ਼ਹਿਰ ਪੀਰਾਂ ਨਾਲ ਭਰਿਆ ਹੋਇਆ ਸੀ। ਬਹੁਤ ਪੀਰ ਨੇ ਜਿਨ੍ਹਾਂ ਵਿੱਚ ਸ਼ਮਸ ਦਰਵੇਜ ਨਾਮ ਦਾ ਵੀ ਇੱਕ ਚੰਗਾ ਜਿਹੜਾ ਹੈ ਉਹ ਫਕੀਰ ਸੀ। ਮਿਲਣ ਚਾਹਿਓ ਬੇਦੀ ਕੁਲ ਕੀਤਾ, ਤੇ ਬੇਦੀ ਕੁਲ ਦੇ ਤੁਜਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਉਸਨੇ ਮਿਲਣਾ ਚਾਹਿਆ। ਦੇਨ ਉਪਦੇਸ਼ ਆਪਨੋ ਨੀਕਾ, ਜਾਂ ਭਾਈ ਇਹ ਲਾਈਏ ਕਿ ਮਿਲਣ ਸਤਿਗੁਰੂ ਜੀ ਨੇ ਉਸ ਨੂੰ ਮਿਲਣਾ ਚਾਹਿਆ ਕਿਸ ਵਾਸਤੇ। ਦੇਨ ਉਪਦੇਸ਼ ਆਪਨੋ ਨੀਕਾ, ਆਪਣਾ ਸ਼ੁਭ ਚੰਗਾ ਉਪਦੇਸ਼ ਦੇਣ ਦੇ ਵਾਸਤੇ। ਜਿਹ ਵਿਦ ਹੈ ਉਧਾਰ ਇਸ ਜੀ ਕਾ, ਕਿਉਂ ਦੇਣਾ ਹੈ ਉਪਦੇਸ਼, ਇਹ ਨਹੀਂ ਕਿ ਕੋਈ ਮੇਰੇ ਪਿੱਛੇ ਲੱਗੇਗਾ, ਨਹੀਂ। ਭਾਵਨਾ ਅੰਦਰ ਕੀ, ਪਿੱਛੇ ਤਾਂ ਗੁਰਮੁਖੋ ਜੀ ਨੇ ਉਪਦੇਸ਼ ਲੈ ਲਿਆ, ਉਹ ਸਤਿਗੁਰਾਂ ਦੇ ਪਿੱਛੇ ਲੱਗ ਗਿਆ, ਤੇ ਜਿਹੜਾ ਲੱਗ ਗਿਆ ਤਰ ਜਾਂਦਾ ਹੈ। ਪਰ ਮੁੱਖ ਸਤਿਗੁਰੂ ਦਾ ਭਾਵ ਕੀ ਹੈ ਕਿ ਉਪਦੇਸ਼ ਜਿਸ ਤਰੀਕੇ ਸਹਿਤ ਜੀਵ ਦਾ ਉਧਾਰ ਹੋ ਜਾਵੇ, ਆਤਮਿਕ ਮਿਲਾਪ ਹੋ ਜੇ ਪਰਮੇਸ਼ਰ ਦਾ। ਸਮਸਤ ਰੇਜ ਰਹਿਤ ਜਹ ਥਾਈ, ਜਿੱਥੇ ਸਮਸਤ ਰਵੇਜ ਫਕੀਰ ਜਿਹੜੀ ਜਗ੍ਹਾ ਤੇ ਰਹਿੰਦਾ ਹੈ, ਤਹਾਂ ਜਾਏ ਬੈਠੇ ਜਗ ਸਾਈ।
ਜਗਤ ਦੇ ਮਾਲਕ ਗੁਰੂ ਪਾਤਸ਼ਾਹ ਜੀ ਉਸ ਜਗ੍ਹਾ ਜਾ ਬੈਠੇ ਹਨ। ਸਭ ਪੀਰਨ ਕੋ ਸੁਧ ਜਬ ਹੋਈ। ਸਾਰੇ ਪੀਰਾਂ ਨੂੰ ਜਦੋਂ ਇਸ ਗੱਲ ਦੀ ਖਬਰ ਹੋਈ ਹੈ, ਮਿਲ ਕੇ ਮਤੋ ਕਰਨ ਭੇ ਸੋਈ। ਸਾਰੇ ਪੀਰ ਇਕੱਠੇ ਹੋ ਗਏ, ਇਹਨਾਂ ਨੇ ਮਿਲ ਕੇ ਮੀਟਿੰਗ ਕੀਤੀ। ਸੁਭਾਵ ਮਤਾ, ਜਿਵੇਂ ਕੋਈ ਆਪਸ ਵਿੱਚ ਸਲਾਹ ਮਸ਼ਵਰਾ ਕਰਦੇ ਹਨ। ਇਨ ਜੀਤੇ ਸਭ ਥਾਨ ਮਹਾਨਾ, ਕਿ ਉਹ ਨਾਨਕ ਤਪਾ ਹੈ ਜਿਸ ਨੇ ਸਾਰੇ ਮਹਾਨ ਵੱਡੇ ਵੱਡੇ ਸਥਾਨਾਂ ਨੂੰ ਜਿੱਤਿਆ। ਭਾਵ ਉਪਦੇਸ਼ ਦੇ ਕਰਕੇ ਸਭ ਨਿਵਾਲੇ ਚਰਨੀ ਲਾ ਲਏ। ਕਾਬਾ ਚਰਨਨ ਸੰਗ ਫਿਰਾਨਾ, ਵਿਚਾਰਦੇ ਨੇ ਕਿ ਇਹਨਾਂ ਦੇ ਚਰਨਾਂ ਦੇ ਨਾਲ ਤਾਂ ਮੱਕਾ ਕਾਬਾ ਵੀ ਫਿਰ ਗਿਆ, ਉਹ ਵੀ ਘੁੰਮ ਗਿਆ ਸੀ। ਚਰਚਾ ਅਜਮਤ ਮਹਿ ਇਹ ਭਾਰੀ, ਫਿਰ ਇਹ ਇਹਨਾਂ ਨੂੰ ਨਾ ਚਰਚਾ ਨਾਲ ਜਿੱਤਿਆ ਜਾ ਸਕਦਾ, ਨਾ ਕਰਾਮਾਤਾਂ ਨਾਲ। ਇਹ ਚਰਚਾ ਕਰਨ ਵਿੱਚ ਵੀ ਕਰਾਮਾਤਾਂ ਵਿੱਚ ਵੀ ਬਹੁਤ ਮਹਾਨ ਹਨ। ਸਕਿਓ ਨਾ ਕੋ ਅਟਕ ਅਗਾਰੀ, ਇਸ ਕਰਕੇ ਕੋਈ ਇਹਨਾਂ ਦੇ ਅੱਗੇ ਅਟਕ ਨਹੀਂ ਸਕਿਆ। ਭਾਵ ਕੋਈ ਵਿਜੇ ਨਹੀਂ ਪ੍ਰਾਪਤ ਕਰ ਸਕਿਆ। ਕੋਈ ਕਹੇ ਮੈਂ ਚਰਚਾ ਕਰਕੇ ਹਰਾ ਦੂੰ, ਜਾਂ ਤਾਕਤਾਂ ਕਰਾਮਾਤਾਂ ਨਾਲ ਨਹੀਂ ਹੋ ਸਕਿਆ ਹੈ। ਸਰਬਰ ਬਾਦ ਨਹੀਂ ਬਨ ਆਈ, ਫਿਰ ਇਉਂ ਹੈ ਕਿ ਇਹਨਾਂ ਨਾਲ ਸਰਬਰ ਬਰਾਬਰੀ ਵੀ ਨਹੀਂ ਕੋਈ ਬਣ ਆਉਂਦੀ ਹੈ। ਆਪਾਂ ਇਹਨਾਂ ਦੇ ਬਰਾਬਰ ਵੀ ਨਹੀਂ ਹੋ ਸਕਦੇ। ਬਾਦ ਜਾਂ ਕਹੀਏ ਕੋਈ ਬਾਦ ਵਿਵਾਦ ਚਰਚਾ ਵਿੱਚ ਹੀ ਇਹਨਾਂ ਦੀ ਬਰਾਬਰੀ ਕਰ ਲੂ, ਉਹ ਵੀ ਨਹੀਂ ਬਣ ਸਕਦੇ। ਬੇਨਤੀ ਕਰਕੇ ਕਰੋ ਵਿਦਾਈ, ਤੇ ਫਿਕਰ ਪੈ ਗਿਆ ਜੇ ਇੱਥੇ ਬਹਿ ਗਏ ਇਹ, ਆਪਣੀ ਮੰਨਤਾ ਨਹੀਂ ਰਹਿਣੀ ਦੁਨੀਆ, ਇਹਨਾਂ ਦੇ ਪਿੱਛੇ ਜਾਣ ਲੱਗ ਜੂ। ਇੱਕੋ ਇੱਕ ਹੱਲ ਹੈ ਕਿ ਕਿਸੇ ਤਰੀਕੇ ਨਾਲ ਗੁਪਤ ਜੀ ਬੇਨਤੀ ਕਰਕੇ ਇਹਨਾਂ ਨੂੰ ਵਿਦਾ ਕਰ ਦਈਏ ਇੱਥੋਂ, ਵੀ ਮਹਾਰਾਜ ਚਲੇ ਜਾਓ, ਕਿਰਪਾ ਕਰੋ, ਸਾਡਾ ਕਾਹਨੂੰ ਤੁਸੀਂ ਕੰਮ ਖੜਾਉਨੇ ਹੋ। ਗੁਰੂ ਪਾਤਸ਼ਾਹ ਮਹਾਰਾਜ ਸਾਡਾ ਚੱਲੀ ਜਾਂਦਾ ਹੈ ਕੰਮ, ਤੋ ਇਹਨਾਂ ਨੂੰ ਬੇਨਤੀ ਕਰਕੇ ਹੀ ਵਿਦਾ ਕਰਨਾ ਠੀਕ ਹੈ। ਅਸ ਵਿਚਾਰ ਕਰ ਦੂਧ ਕਟੋਰਾ, ਇਸ ਤਰ੍ਹਾਂ ਵਿਚਾਰ ਕਰਕੇ ਇੱਕ ਕਟੋਰਾ ਦੁੱਧ ਦਾ ਭਰ ਕੇ ਭਰ ਕਰ ਲੈ ਆਏ ਗੁਰ ਓਰਾ। ਗੁਰੂ ਪਾਤਸ਼ਾਹ ਮਹਾਰਾਜ ਵੱਲ ਨੂੰ ਇੱਕ ਕਟੋਰਾ ਦੁੱਧ ਦਾ ਭਰ ਕੇ ਲੈ ਆਏ। ਇਹੋ ਜਨਾਵਨ ਤਿਨ ਨੈ ਕੀਨੋ, ਇਹ ਕੋਈ ਛਕਣ ਵਾਸਤੇ ਨਹੀਂ ਸੀ ਲਿਆਏ, ਇਹ ਤਾਂ ਇਹਨਾਂ ਨੇ ਜਣਾਉਣਾ ਸੀ। ਇਹਦੇ ਨਾਲ ਮਹਾਰਾਜ ਨੂੰ ਪੂਰਾ ਨੱਕੋ ਨੱਕ ਭਰਤਾ ਕਟੋਰਾ ਦੁੱਧ ਦਾ, ਗੁਰੂ ਸਾਹਿਬ ਦੇ ਸਾਹਮਣੇ ਰੱਖਤਾ। ਉਹਨਾਂ ਨੇ ਇਹ ਜਣਾਉਣਾ ਕੀਤਾ। ਪੀਰੀ ਪੁਰ ਮੁਲ ਤਨ ਹੈ ਚੀਨੋ, ਕਿ ਮਹਾਰਾਜ ਜਿਵੇਂ ਦੁੱਧ ਦਾ ਕਟੋਰਾ ਨੱਕੋ ਨੱਕ ਭਰਿਆ, ਹੋਰ ਇਹਦੇ ਵਿੱਚ ਦੁੱਧ ਨਹੀਂ ਪੈ ਸਕਦਾ, ਇਸੇ ਤਰ੍ਹਾਂ ਮੁਲਤਾਨ ਪੀਰਾਂ ਨਾਲ ਭਰਿਆ ਪਿਆ। ਹੁਣ ਨਹੀਂ ਇੱਥੇ ਕੋਈ ਹੋਰ ਪੀਰ ਦੀ ਲੋੜ। ਇਉਂ ਪੀਰੀ ਪੁਰ ਮੁਲਤਾਨ ਹੈ, ਇਹ ਮੁਲਤਾਨਪੁਰੀ ਪੀਰਾਂ ਨਾਲ ਭਰੀ ਪਈ ਹੈ, ਪੂਰੀ ਪਈ ਹੈ। ਚੀਨੋ ਇਹ ਜਾਣ ਲਓ, ਨਹੀਂ ਸਮਾਈ ਰਾਬਰ ਕੇਰੀ। ਮਹਾਰਾਜ ਇਹ ਜਣਾਇਆ ਕਿ ਤੁਹਾਡੀ ਹੁਣ ਇੱਥੇ ਸਮਾਈ ਨਹੀਂ ਹੋ ਸਕਦੀ, ਕੋਈ ਹੁਣ ਤੁਹਾਡੀ ਰਹਿਣ ਵਾਸਤੇ ਇੱਥੇ ਜਗ੍ਹਾ ਨਹੀਂ ਹੈ। ਗਮਨਹੁ ਅਪਰ ਥਾਨ ਪੁਰ ਹੇਰੀ, ਇਸ ਕਰਕੇ ਹੁਣ ਕਿਸੇ ਤੁਸੀਂ ਹੋਰ ਸਥਾਨ ਨੂੰ ਦੇਖੋ ਤੇ ਉੱਥੇ ਚਲੇ ਜਾਓ। ਉਹਨਾਂ ਨੂੰ ਭਰਮ ਪੈ ਗਿਆ ਸੀ ਕਿ ਮਹਾਰਾਜ ਇੱਥੇ ਰਹਿਣ ਆਏ। ਨਿਕਟ ਆਨ ਜਬ ਧਰਿਓ ਅਗਾਰੀ, ਉਹ ਕਟੋਰਾ ਲਿਆ ਕੇ ਜਦੋਂ ਸਤਿਗੁਰੂ ਅੱਗੇ ਧਰਿਆ ਹੈ। ਸ੍ਰੀ ਸਤਿਗੁਰ ਜਾਨੀ ਵਿਦ ਸਾਰੀ, ਗੁਰੂ ਸਾਹਿਬ ਨੇ ਸਾਰੀ ਵਿਧੀ ਜਾਣ ਲਈ। ਫੂਲ ਚੰਬੇਲੀ ਕੋ ਇੱਕ ਲੀਨਾ, ਤੇ ਇੱਕ ਚੰਬੇਲੀ ਦਾ ਫੁੱਲ। ਭਾਈ ਗੁਰਦਾਸ ਜੀ ਲਿਖਦੇ ਨੇ ਕਿ ਗੁਰੂ ਪਾਤਸ਼ਾਹ ਮਹਾਰਾਜ ਨੇ ਬਗਲ ਵਿੱਚੋਂ ਚੰਬੇਲੀ ਕੱਢ ਕੇ ਉਹਦੇ ਵਿੱਚ ਮਿਲਾ ਦਿੱਤੀ। ਇਹਦੇ ਦੋ ਅਰਥ ਕੀਤੇ ਨੇ, ਚੰਬੇਲੀ ਦਾ ਫੁੱਲ ਵੀ ਤੇ ਚੰਬੇਲੀ ਮਿਸ਼ਰੀ ਨੂੰ ਵੀ ਕਹਿੰਦੇ ਆ, ਇਸ ਕਰਕੇ ਉਹ ਵੀ। ਤੋ ਮੁੱਖ ਤਾਂ ਮਿਸ਼ਰੀ ਦਾ ਨਾਮ ਇਹੀ ਹੈ ਉਧਰ ਵੀ,
ਪਰ ਕੁਝ ਵਿਦਵਾਨਾਂ ਨੇ ਚੰਬੇਲੀ ਵੀ ਜਿਹੜਾ ਅਰਥ ਕੀਤੇ ਮਿਸ਼ਰੀ ਨੂੰ ਕਹਿੰਦੇ ਆ ਕਿ ਮਹਾਰਾਜ ਨੇ ਹੁਣ ਇਹਦੇ ਅਰਥ ਦੋਨੇ ਹੀ ਟੁਕਦੇ ਆ। ਚੰਬੇਲੀ ਦਾ ਫੁੱਲ ਉੱਤੇ ਰੱਖ ਦੇਣਾ ਉਹਦਾ ਭਾਵ ਸੀ ਹੁਣ ਫੁੱਲ ਰੱਖਣ ਨਾਲ ਉਹਦਾ ਭਾਰ ਕੀ ਹੁੰਦਾ, ਛੋਟਾ ਜਿਹਾ ਫੁੱਲ ਹੁੰਦਾ ਚੰਬੇਲੀ ਦਾ, ਖੁਸ਼ਬੂ ਉਹਦੀ ਬਹੁਤ ਹੁੰਦੀ ਹੈ ਤੇ ਉਹਦਾ ਰੰਗ ਵੀ ਚਿੱਟਾ ਹੁੰਦਾ। ਉਹ ਜਦੋਂ ਉੱਤੇ ਰੱਖਤਾ ਦੁੱਧ ਵਰਗਾ ਹੀ ਉਹਦਾ ਰੰਗ ਹੈ, ਇਸ ਕਰਕੇ ਉਹਦਾ ਭਾਰ ਵੀ ਕੋਈ ਨਹੀਂ, ਦੁੱਧ ਵੀ ਨਹੀਂ ਡੁੱਲਿਆ, ਚੰਬੇਲੀ ਦਾ ਫੁੱਲ ਵੀ ਉੱਤੇ ਤੈਰਦਾ ਤੇ ਉਹ ਸ਼੍ਰੋਮਣੀ ਬਣ ਗਿਆ। ਮਹਾਰਾਜ ਜੀ ਨੇ ਇਹ ਵੀ ਸੰਕੇਤ ਦੇਤਾ ਇਹ ਭਾਈ ਅਸੀਂ ਤਾਂ ਤੁਹਾਨੂੰ ਖੁਸ਼ਬੂਦਾਰ ਕਰਨ ਵਾਸਤੇ ਆਏ, ਤੁਹਾਡੇ ਅੰਦਰ ਨਾਮ ਦੀ ਖੁਸ਼ਬੂ ਭਰਨ ਵਾਸਤੇ ਤੁਹਾਨੂੰ ਮਹਿਕਾਉਣ ਹੀ ਆਏ ਐ, ਅਸੀਂ ਰਹਿਣਾ ਤੁਹਾਤੋਂ ਨਿਰਲੇਪ ਹੀ ਹੈ। ਤੇ ਦੂਜੀ ਚੰਬੇਲੀ ਅਰਥ ਜੇ ਮਿਸ਼ਰੀ ਵੀ ਕਰ ਲਈਏ ਤਾਂ ਭਾਵ ਹੁੰਦਾ ਜਿਵੇਂ ਹੁਣ ਥੋੜਾ ਜਿਹਾ ਉਹਦੇ ਵਿੱਚ ਮਿਠਾਸ ਜਿਹੜੀ ਹੈ ਮਿਸ਼ਰੀ ਰਗੜ ਕੇ ਪਾਤੀ, ਹੁਣ ਉਹਦੇ ਨਾਲ ਵੀ ਦੁੱਧ ਤੇ ਕੋਈ ਬਹੁਤਾ ਅਸਰ ਨਾ ਪਿਆ, ਕਟੋਰੇ ਦੇ ਉਵੇਂ ਰਿਹਾ, ਪਰ ਮਿਠਾਸ ਜ਼ਰੂਰ ਪਾਤੀ ਵੀ ਭਾਈ ਅਸੀਂ ਤਾਂ ਤੁਹਾਡੇ 'ਚ ਹੀ ਮਿਠਾਸ ਭਰਨ ਆਏ ਆ। ਸੰਤਰੇਣ ਕਵੀ ਪ੍ਰੇਮ ਸਿੰਘ ਜੀ ਨੇ ਫੁੱਲ ਲਿਖਿਆ ਕਿ ਫੂਲ ਚੰਬੇਲੀ ਕੋ ਇੱਕ ਲੀਨਾ, ਚੰਬੇਲੀ ਦਾ ਇੱਕ ਫੁੱਲ ਲਿਆ ਹੈ, ਤੇਹ ਪਰ ਕਰਤੇ ਛੋਰਨ ਕੀਨਾ। ਉਸ ਦੁੱਧ ਦੇ ਉੱਤੇ ਕਰਤਾ ਪੁਰਖ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਨੇ ਫੁੱਲ ਰੱਖ ਦਿੱਤਾ, ਤਰਿਓ ਦੂਧ ਪਰ ਭਲੇ ਸਮਾਇਓ। ਇਉਂ ਦੁੱਧ ਦੇ ਉੱਤੇ ਫੁੱਲ ਤਰ ਗਿਆ, ਭਲੀ ਪ੍ਰਕਾਰ ਸਮਾ ਗਿਆ। ਇਸ ਪ੍ਰਕਾਰ ਦ੍ਰਿਸ਼ਟਾਂਤ ਦਿਖਾਇਓ। ਇਸ ਤਰ੍ਹਾਂ ਮਹਾਰਾਜ ਨੇ ਵੀ ਉਹਨਾਂ ਨੂੰ ਦ੍ਰਿਸ਼ਟਾਂਤ ਹੀ ਫਿਰ ਦਿਖਾ ਦਿੱਤਾ। ਫੂਲ ਸਮਾਇਓ ਭਰਿਓ ਕਟੋਰੇ। ਉਹ ਜਿਹੜਾ ਫੁੱਲ ਸੀ ਤਰਿਆ ਤੇ ਹੌਲੀ ਦਿਨੇ ਵਿੱਚ ਕਟੋਰੇ 'ਚ ਸਮਾ ਗਿਆ ਭਰੇ ਹੋਏ ਵਿੱਚ। ਤਿਉ ਹਮ ਕੋ ਜਾਨੋ ਇਸ ਠੌਰੇ। ਭਾਈ ਇਸੇ ਤਰ੍ਹਾਂ ਤੁਸੀਂ ਇਹ ਸਾਨੂੰ ਜਾਣ ਲਓ। ਜਬ ਰੀਤ ਭਿਖੀ ਸਭ ਪੀਰ। ਇਹ ਜਦੋਂ ਰੀਤੀ ਇਹ ਮਰਜ਼ਾਦਾ ਮਹਾਰਾਜ ਨੇ ਕਾਰਜ ਕੀਤਾ ਤੇ ਸਾਰੇ ਪੀਰਾਂ ਨੇ ਵੇਖਿਆ ਹੈ। ਸ਼ਮਸ ਵਿਚਾਰਤ ਮਨ ਮਹਿ ਧੀਰ। ਸਮਸ਼ਤਰਵੇਜ ਜਿਹੜਾ ਹੈ ਉਹ ਮਨ ਦੇ ਵਿੱਚ ਧੀਰਜ ਸਹਿਤ ਵਿਚਾਰ ਰਿਹਾ ਹੈ। ਦੋਹਰਾ ਕਠਨ ਕਰੂਰ ਤਪ ਹੋ ਕਰਾ, ਸੁਸਕ ਸਰੀਰ ਵਿਸਾਲ। ਉਹ ਸੋਚਦਾ ਹੈ ਵੀ ਮੈਂ ਕਠਨ ਕਰੂਰ ਦਾ ਭਾਵ ਹੁੰਦਾ ਕਰੂਰ ਕਿਰਿਆ ਭਿਆਨਕ ਰੂਪ ਦੇ ਵਿੱਚ ਬੜਾ ਜ਼ਿਆਦਾ ਦੀਰਘ ਕਠਨ ਮੈਂ ਤਪ ਕੀਤਾ ਤੇ ਤਪ ਕਰਕੇ ਸੁਸਕ ਸਰੀਰ ਵਿਸਾਲ। ਮੇਰਾ ਜਿਹੜਾ ਸਰੀਰ ਸੀ ਬਹੁਤ ਸੁੱਕ ਗਿਆ, ਭਾਵ ਹੱਡੀਆਂ ਹੀ ਬਣ ਗਈਆਂ ਸੀ ਸਮਸਤਰਵੇਜ ਦੀਆਂ। ਨਾਸਨ ਮਨ ਕੀ ਬਾਸਨਾ, ਨਾਸ ਨਾ ਮਨ ਕੀ ਬਾਸਨਾ, ਜਤਨ ਕੀਨ ਚਿਰ ਕਾਲ। ਪਰ ਮੇਰੇ ਮਨ ਦੀ ਵਾਸ਼ਨਾ ਨਹੀਂ ਨਾਸੀ, ਭਾਵ ਖਤਮ ਹੋਈ। ਮੈਂ ਬਹੁਤ ਸਮਾਂ ਬਹੁਤ ਚਿਰ ਇਹ ਤਪ ਕਰ ਕਰਕੇ ਯਤਨ ਕੀਤੇ। ਚੌਪਈ ਇੱਕ ਛਿਨ ਮਹਿ ਨਹਿ ਹੋਵਤ ਸਥਿਰ। ਇੱਕ ਛਿਨ ਵੀ ਜਿਹੜਾ ਹੈ, ਇੱਕ ਛਿਨ ਮਨ ਨਹਿ ਹੋਵਤ ਸਥਿਰ, ਇੱਕ ਛਿਨ ਵੀ ਮਨ ਟੇਕਦਾ ਨਹੀਂ ਹੈ। ਚੰਚਲ ਅਤ ਹੀ ਦੀਪ ਸਿਖਾ ਸਰ। ਇਹ ਬਹੁਤ ਜ਼ਿਆਦਾ ਚੰਚਲ ਹੈ। ਦੀਪ ਸਿਖਾ ਸਰ ਜਿਵੇਂ ਦੀਵੇ ਦੀ ਸਿਖਾ ਸਰ, ਭਾਵ ਜਿਹੜੀ ਲਾਟ ਦਾ ਉੱਪਰਲਾ ਸਿਖਰ ਹੁੰਦਾ ਹੈ ਉਹ ਗੁਰਮੁਖੋ ਇੱਕ ਨਹੀਂ ਜਗ੍ਹਾ ਰਹਿੰਦਾ, ਉੱਪਰ ਥੱਲੇ ਇੱਧਰ ਉੱਧਰ ਦੀਵੇ ਦੀ ਲਾਟ ਦੀ ਸਿਖਰ ਜਿਹੜੀ ਹੈ ਹੁੰਦੀ ਰਹਿੰਦੀ ਹੈ। ਮਨ ਕੋ ਨਾਸ ਹੋਏ ਜਿਸ ਰੀਤ। ਉਹਨੇ ਬੇਨਤੀ ਕੀਤੀ ਮਹਾਰਾਜ ਇਹ ਮਨ ਦਾ ਨਾਸ਼, ਮਨ ਜਿਵੇਂ ਮਰ ਜਾਵੇ ਜਿਸ ਰੀਤੀ ਸਾਹਿਤ। ਸੋ ਉਪਦੇਸ਼ ਦੇਹੋ ਯੁਤ ਪ੍ਰੀਤ। ਪ੍ਰੇਮ ਸਹਿਤ ਮਹਾਰਾਜ ਜੀ ਕਿਰਪਾ ਕਰਕੇ ਮੈਨੂੰ ਉਹ ਉਪਦੇਸ਼ ਦੇਵੋ। ਸੁਨ ਸ੍ਰੀ ਨਾਨਕ ਬਚਨ ਉਚਾਰੇ।
ਇਹ ਸੁਣ ਕੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਨੇ ਬਚਨ ਕਹੇ ਹਨ, ਮਰੈ ਨ ਇਹ ਬਰਮੀ ਕੇ ਮਾਰੇ। ਇਹ ਨਾਮ ਸੱਪ ਦਾ ਹੈ। ਮਹਾਰਾਜ ਕਹਿੰਦੇ ਜਿਹੜਾ ਸੱਪ ਹੈ ਉਹ ਖੁੱਡ 'ਚ ਬੈਠਾ, ਜੇ ਖੁੱਡ ਨੂੰ ਕੋਈ ਕੁੱਟੀ ਜਾਵੇ ਸੱਪ ਨਹੀਂ ਮਰਦਾ ਹੈ। ਮੰਤਰਨ ਸੋ ਬਸ ਹੋਵਤ ਸੋ। ਪਰ ਜਿਨ੍ਹਾਂ ਨੂੰ ਸੱਪਾਂ ਦੇ ਵਸ ਕਰਨ ਦਾ ਮੰਤਰ ਆਉਂਦਾ, ਦੇਖੋ ਵਿੱਚ ਬੈਠੇ ਸੱਪ ਨੂੰ, ਖੁੱਡ ਵਿੱਚ ਬੈਠੇ ਨੂੰ ਹੀ ਮੰਤਰਾਂ ਦੇ ਨਾਲ ਵਸ ਕਰ ਲੈਂਦੇ, ਉਹ ਮੰਤਰਾਂ ਨਾਲ ਵਸ ਹੋ ਜਾਂਦਾ ਹੈ। ਔਰ ਉਪਾਵਨ ਤਾਂ ਕੋ ਹੋਰ ਉਪਾਵ ਨਾ ਤਾਂ ਕੋ, ਹੋਰ ਕੋਈ ਭਾਈ ਔਰ ਉਪਾਵ ਨਾ ਤਾਂ ਕੋ। ਹੁਣ ਹੋਰ ਕੋਈ ਖੁੱਡ ਵਿੱਚ ਬੈਠੇ ਨੂੰ ਬਸ ਕਰਨ ਦਾ ਉਪਾਅ ਨਹੀਂ। ਬਰਮੀ ਖੁੱਡ ਨੂੰ ਕੁੱਟਣ ਨਾਲ ਉਹਨੇ ਮਰਨਾ ਨਹੀਂ, ਕੇਵਲ ਮੰਤਰਾਂ ਨਾਲ ਉਹਨੂੰ ਬਸ ਕਰ ਸਕਦੇ ਹਾਂ। ਤਬ ਸਾਧੇ ਮਨ, ਤਪ ਸਾਧੇ ਮਨ ਬਸ ਨਹਿ ਆਵੈ। ਮਹਾਰਾਜ ਕਹਿੰਦੇ ਹੋ ਸਰੀਰਕ ਤੌਰ ਤੇ ਕਠਿਨ ਤਪ ਕਰਨ ਦੇ ਨਾਲ, ਕੋਈ ਪੁੱਠਾ ਲਟਕਿਆ, ਕੋਈ ਬਾਂਹ ਉੱਪਰ ਕਰ ਲਈ, ਇੱਕ ਲੱਤ ਤੇ ਖੜ ਗਿਆ, ਹੋਰ ਕਿੰਨੇ ਹੀ ਸਰੀਰਕ ਤੌਰ ਤੇ ਕਠਿਨ ਕੋਈ ਤਪ ਕਰਦਾ ਹੈ। ਇਸ ਤਰ੍ਹਾਂ ਦੇ ਤਪ ਸਾਧੇ ਭਾਵ ਕਰਨ ਦੇ ਨਾਲ ਮਨ ਬਸ ਨਹੀਂ ਆਉਂਦਾ ਹੈ। ਮਨ ਚੰਚਲ ਦਸ ਹੂੰ ਦਿਸ ਧਾਵੈ। ਇਹ ਜਿਹੜਾ ਮਨ ਹੈ ਉਹ ਚੰਚਲ ਹੈ, ਇਹ ਦਸਾਂ ਦਿਸ਼ਾਵਾਂ ਵੱਲ ਦੌੜਿਆ ਰਹਿੰਦਾ। ਤੁਸੀਂ ਸਰੀਰ ਨੂੰ ਦੁੱਖ ਦੇਈ ਜਾਂਦੇ ਹੋ ਕਠਿਨ ਤਪ ਕਰਕੇ, ਤੇ ਸਰੀਰ ਪਿੰਜਰੇ ਵਰਗਾ ਬਣਾ ਲਿਆ, ਪਰ ਮਨ ਚੰਚਲ ਹੈ, ਦਸਾਂ ਦਿਸ਼ਾਵਾਂ ਵੱਲ ਭੱਜਿਆ ਫਿਰਦਾ ਹੈ। ਤਿਉਂ ਤਿਉਂ ਚਾਹਿਤ ਮਾਨ ਵਡਾਈ। ਇਹ ਮਨ ਤਾਂ ਸਗੋਂ ਤਿਉਂ ਤਿਉਂ ਆਪਣੀ ਮਹਿਮਾ ਵਡਿਆਈ ਹੀ ਚਾਹੁੰਦਾ ਹੈ। ਜਿਉਂ ਜਿਉਂ ਤਪ ਕਰ ਹੈ ਹਿਤ ਲਾਈ। ਜਿਉਂ ਜਿਉਂ ਜਿਹੜਾ ਤਪੀਆ ਹੈ ਹਿਤ ਲਾ ਕੇ, ਪ੍ਰੇਮ ਲਾ ਕੇ ਸਰੀਰ ਦੇ ਤੌਰ ਤੇ ਕੋਈ ਤਪ ਕਰਦਾ, ਤਿਉਂ ਤਿਉਂ ਮਾਣ ਕਰੀ ਜਾਂਦਾ। ਇਹ ਚਾਹੁੰਦਾ, ਮਨ ਚਾਹੁੰਦਾ ਕੋਈ ਮੈਨੂੰ ਦੇਖੇ ਤੇ ਬਹੁਤ ਤਪ ਕਰਦਾ, ਮੇਰੀ ਕੋਈ ਮਹਿਮਾ ਕਰੇ। ਦੇਖੋ ਦੁੱਖ ਸਰੀਰ ਨੂੰ ਦੇ ਰਿਹਾ ਤੇ ਮਨ ਵਡਿਆਈ ਆਪਣੀ ਚਾਹੁੰਦਾ ਹੈ। ਮੈਨੂੰ ਕੋਈ ਵੇਖੇ ਤਾਂ ਸਹੀ, ਜੇ ਮੈਨੂੰ ਦੇਖਿਆ ਹੀ ਨਾ ਕਿਸੇ ਨੇ ਕਿ ਮੈਂ ਇੰਨੇ ਵਜੇ ਉੱਠਦਾ, ਫਾਇਦਾ ਕੀ ਹੈ ਉੱਠਣ ਦਾ। ਘੱਟੋ ਘੱਟ ਲੋਕਾਂ ਨੂੰ ਵੀ ਤਾਂ ਪਤਾ ਲੱਗੇ ਮੈਂ ਸਵੇਰੇ ਉੱਠ ਕੇ ਇੰਨੀਆਂ ਬਾਣੀਆਂ ਪੜ੍ਹਦਾ, ਇੰਨੇ ਵਜੇ ਮੈਂ ਉੱਠਦਾ ਹਾਂ। ਦੇਖੋ ਉੱਠਣਾ ਮਾੜਾ ਨਹੀਂ, ਤੇ ਸਾਨੂੰ ਉਪਦੇਸ਼ ਹੀ ਹੈ ਮਹਾਰਾਜ ਨੇ ਉੱਠਣ ਦਾ, ਬਾਣੀ ਪੜ੍ਹਨੀ। ਇਹਦਾ ਭਾਵ ਇਹ ਨਹੀਂ ਕਿ ਕੋਈ ਬਾਣੀ ਪੜ੍ਹਨੀ ਨਹੀਂ ਹੈ, ਪਰ ਨਾਲ ਦੀ ਨਾਲ ਇਹ ਹੈ ਕਿ ਸਿਰਫ ਲੋਕ ਦਿਖਾਵਾ ਨਹੀਂ ਕਰਨਾ। ਆਪਣੇ ਆਤਮਿਕ ਜੀਵਨ ਨੂੰ ਸੁਧਾਰਨ ਲਈ, ਆਤਮਿਕ ਤੌਰ ਤੇ ਪਰਮੇਸ਼ਰ ਨਾਲ ਲੀਨ ਹੋਣ ਵਾਸਤੇ ਭਾਈ ਬਾਣੀ ਪੜ੍ਹਨੀ ਹੈ, ਸੇਵਾ ਕਰਨੀ ਹੈ। ਮਹਾਰਾਜ ਕਹਿੰਦੇ ਭਾਈ ਇਹ ਜਾਣ ਲੈ ਕੇ ਜਿਉਂ-ਜਿਉਂ ਕੋਈ ਹਿਤ ਲਾ ਕੇ ਤਪ ਕਰਦਾ ਹੈ, ਮਨ ਜਿਹੜਾ ਹੈ ਮਾਣ ਤੇ ਵਡਿਆਈ ਚਾਹੁੰਦਾ ਹੈ। ਦੋਹਰਾ ਸਤਿਗੁਰ ਸ਼ਬਦ ਵਿਚਾਰਨੋ, ਮੰਤਰ ਪਛਾਨੋ ਸੋਏ। ਇਹ ਸਰੀਰ ਨੂੰ ਦੁੱਖ ਦੇਣਾ ਤਾਂ ਇਉਂ ਹੈ ਕਿ ਸੱਪ ਖੁੱਡ 'ਚ ਬੈਠਾ, ਕੋਈ ਉਹਦੀ ਖੁੱਡ ਨੂੰ ਕੁੱਟ ਰਿਹਾ, ਪਰ ਜੇ ਇਹਨੂੰ ਅੰਦਰ ਬੈਠੇ ਨੂੰ ਵਸ ਕਰਨਾ, ਸਰੀਰ ਰੂਪੀ ਖੁੱਡ ਦੇ ਵਿੱਚ ਮਨ ਹੈ, ਤਾਂ ਫਿਰ ਸਤਿਗੁਰ ਸ਼ਬਦ ਵਿਚਾਰਨੋ, ਸਤਿਗੁਰੂ ਦੇ ਸ਼ਬਦ ਦੀ ਵਿਚਾਰ ਕਰਨੀ। ਮੰਤਰ ਪਛਾਨੋ ਸੋਏ। ਜਦੋਂ ਗੁਰੂ ਉਪਦੇਸ਼ ਦੇ ਰਿਹਾ ਇਹ ਭਾਈ ਮੰਤਰ ਜਾਣ ਲਵੋ। ਤਹਿ ਸੋ ਇਹੋ ਬਸ ਹੋਤ ਹੈ, ਔਰ ਉਪਾਏ ਨ ਕੋਈ। ਸਤਿਗੁਰੂ ਦੀ ਸੰਗਤ ਕਰਕੇ ਉਪਦੇਸ਼ ਲੈਣ ਨਾਲ ਹੀ ਇਹ ਮਨ ਜਿਹੜਾ ਬਸ ਹੁੰਦਾ ਹੈ। ਹੋਰ ਮਹਾਰਾਜ ਕਹਿੰਦੇ ਕੋਈ ਉਪਾਅ ਯਤਨ ਨਹੀਂ ਹੈ। ਚੌਪਈ ਬੂਝੈ ਸ਼ਮਸ ਸ਼ਬਦ ਸੋ ਕੌਣ। ਸਮਸਤਰ ਵੇਜ ਪੁੱਛਦਾ ਮਹਾਰਾਜ, ਫਿਰ ਕਿਰਪਾ ਕਰੋ ਦੱਸੋ ਸ਼ਬਦ ਕਿਹੜਾ ਹੈ। ਸੁਣ ਬੋਲੇ ਗੁਰ ਕਰਣਾ ਭਉਨ। ਇਹ ਸੁਣ ਕਰਕੇ ਸਤਿਗੁਰੂ ਜੀ ਕਿਰਪਾ ਦੇ ਘਰ ਕਹਿਣ ਲੱਗੇ, ਗੁਰਮੁਖ ਤੇ ਜੋ ਸੁਨਿਓ ਨਾਮ। ਜੋ ਭਾਈ ਗੁਰੂ ਮੁਖ ਤੋਂ ਜਿਹੜਾ ਨਾਮ ਉਪਦੇਸ਼
ਸੁਣਿਆ ਜਾਂਦਾ, ਜੋ ਗੁਰੂ ਉਪਦੇਸ਼ ਸਾਨੂੰ ਦਿੰਦਾ ਹੈ। ਗੁਰੂ ਨੇ ਸਾਨੂੰ ਗੁਰਮੰਤਰ, ਗੁਰੂ ਨੇ ਸਾਨੂੰ ਮੰਤਰ, ਮੂਲ ਮੰਤਰ ਇਹ ਬਖਸ਼ਿਸ਼ ਕੀਤਾ ਹੈ। ਜਪੈ ਤਾਹੇ ਕੋ ਹੋਏ ਨਿਸ਼ਕਾਮ, ਨਿਸ਼ਕਾਮ ਹੋ ਕੇ, ਕਾਮਨਾ ਤੋਂ ਰਹਿਤ ਹੋ ਕਰਕੇ ਉਸ ਨੂੰ ਜਪੇ, ਜਾਪ ਕਰੇ। ਜਗ ਝੂਠੋ ਐਸੇ ਦ੍ਰਿੜ ਜਾਣੈ, ਤੇ ਦ੍ਰਿੜ ਜਾਣ ਲਵੇ ਜਿਹੜਾ ਜਗਤ ਮਿਥਿਆ ਹੈ, ਝੂਠ ਹੈ। ਮ੍ਰਿਗ ਤ੍ਰਿਸ਼ਨਾ ਕੇ ਨੀਰ ਸਮਾਨੈ, ਇਹ ਕਿਵੇਂ ਹੈ? ਜਿਵੇਂ ਮ੍ਰਿਗ ਤ੍ਰਿਸ਼ਨਾ, ਉਹਦੇ ਪਾਣੀ ਵਾਂਗੂ ਟਿੱਬਿਆਂ ਦੇ ਵਿੱਚ ਚਮਕਦਾ ਰੇਤਾ ਹੈ ਤੇ ਮਿਰਗ ਭੱਜ ਭੱਜ ਜਾਂਦਾ ਗਰਮੀ ਚ ਉੱਥੇ ਨੂੰ, ਕਿਉਂਕਿ ਉਹਨੂੰ ਦੂਰੋਂ ਪਾਣੀ ਵਰਗਾ ਲੱਗਦਾ। ਨੇੜੇ ਜਾਂਦਾ ਹੋਰ ਦੂਰ ਲੱਗੀ ਜਾਂਦਾ। ਇਸੇ ਤਰ੍ਹਾਂ ਮਾਰੂ ਥਲ ਵਿੱਚ ਤਿਹਾਇਆ ਭਟਕਦਾ, ਪਾਣੀ ਮਿਲਦਾ ਨਹੀਂ, ਸਿਰਫ ਭੁਲੇਖਾ ਹੀ ਪੈਂਦਾ। ਇਉਂ ਜਾਣ ਲੋ ਜਗਤ ਅਸਤ ਹੈ, ਸਤ ਨਹੀਂ, ਪਰ ਸਾਨੂੰ ਸਤ ਪ੍ਰਤੀਤ ਹੁੰਦਾ। ਕਿਉਂ ਕਰਕੇ? ਕਿਉਂਕਿ ਸਾਡੇ ਅੰਦਰ ਮ੍ਰਿਗ ਤ੍ਰਿਸ਼ਨਾ ਹੈ। ਇਸ ਨੂੰ ਮ੍ਰਿਗ ਤ੍ਰਿਸ਼ਨਾ ਦੇ ਨੀਰ ਵਾਂਗੂ ਜਾਣ ਲੈ। ਸਤਿਗੁਰ ਬਚਨ ਹਿਰਦੇ ਦ੍ਰਿੜ ਧਾਰਾ, ਤੇ ਉਸ ਨੇ ਭਾਈ ਸਤਿਗੁਰੂ ਦੇ ਬਚਨਾਂ ਨੂੰ ਆਪਣੇ ਹਿਰਦੇ ਵਿੱਚ ਸਮਸਤ ਵੇਜ ਨੇ ਦ੍ਰਿੜ ਧਾਰ ਲਿਆ। ਸੁਧ ਆਤਮੈ ਜਗਤ ਵਿਸਾਰਾ, ਤੇ ਆਤਮਿਕ ਤੌਰ ਤੇ ਸੁਧ ਹੋਇਆ, ਸੁਧ ਆਤਮਾ ਸਹਿਤ ਆਤਮਾ ਨੂੰ ਪਰਮਾਤਮਾ ਰੂਪ ਜਾਣ ਲਿਆ ਤੇ ਜਗਤ ਨੂੰ ਵਿਸਾਰਤਾ ਮਿਥਿਆ ਜਾਣ ਕਰਕੇ। ਸਰਬ ਪੀਰ ਸੁਣ ਕੇ ਭੈ ਠਾਡੇ, ਸਾਰੇ ਜਿੰਨੇ ਵੀ ਪੀਰ ਨੇ ਇਉਂ ਭਾਈ ਸੁਣ ਕਰਕੇ ਪ੍ਰੇਮ ਨਾਲ, ਭਾਵਨਾ ਨਾਲ ਖੜੇ ਹੋਏ। ਬੰਦ ਕਰ ਪ੍ਰੇਮ ਬਹੁ ਬਾਡੇ, ਬਹੁਤ ਪ੍ਰੇਮ ਵਧਾ ਕੇ ਮਹਾਰਾਜ ਨੂੰ ਫਿਰ ਬੰਦਨਾ ਕਰਦੇ ਹਨ। ਮਿਲ ਕਰ ਭੇ ਅਧਿਕਾਏ ਪ੍ਰਸੰਨਾ, ਤੇ ਸਤਿਗੁਰੂ ਨੂੰ ਮਿਲ ਕਰਕੇ ਬਹੁਤ ਪ੍ਰਸੰਨ ਹੋਏ। ਕਹੈ ਗੁਰੂ ਨਾਨਕ ਤੁਮ ਧੰਨਾ, ਕਹਿੰਦੇ ਹੇ ਗੁਰੂ ਨਾਨਕ ਦੇਵ ਜੀ ਤੁਸੀਂ ਧੰਨ ਹੋ। ਤਿਨ ਤੇ ਵਿਦਾ ਹੋਏ ਸੁਖਦਾਈ, ਉਥੋਂ ਭਾਈ ਵਿਦਾ ਹੋ ਕੇ ਸੁੱਖਾਂ ਦੇ ਦਾਤੇ ਸਤਿਗੁਰੂ ਪਹੁੰਚੇ ਨਗਰ ਤੁਲੰਬੇ ਆਈ। ਇਥੋਂ ਫਿਰ ਸਤਿਗੁਰੂ ਜੀ ਤੁਲੰਬੇ ਨਗਰ ਆ ਪਹੁੰਚੇ ਹਨ। ਰਹੇ ਤਹਾਂ ਇੱਕ ਸੱਜਣ ਬੰਚਕ, ਜਿੱਥੇ ਤੁਲੰਬੇ ਦੇ ਵਿੱਚ ਇੱਕ ਸੱਜਣ ਠੱਗ ਰਹਿੰਦਾ ਸੀ। ਬੇਸ਼ ਬੈਸਨੋ ਦਇਆ ਨ ਰੰਚਕ, ਇਹ ਵੈਸ਼ਨਵ ਮੱਤ ਵਾਲੇ ਜਿਹੜੇ ਸਾਧੂ ਹੁੰਦੇ ਹਨ, ਬੇਸ਼ ਬੈਸਨੋ, ਜਿਹੜਾ ਵੈਸ਼ਨਵ ਇੱਕ ਮੱਤ ਹੈ ਸਨਾਤਨ ਹਿੰਦੂ ਧਰਮ ਦੇ ਵਿੱਚ, ਇਹ ਵੱਖ-ਵੱਖ ਜਿਵੇਂ ਸਾਧੂ ਆਉਂਦੇ ਆ, ਜਿਵੇਂ ਸੰਨਿਆਸੀ ਹੋ ਗਏ, ਇਸ ਤਰ੍ਹਾਂ ਵੈਸ਼ਨਵ ਸਾਧੂ। ਤੇ ਵੈਸ਼ਨਵ ਸਾਧੂਆਂ ਦੇ ਵਿੱਚ ਇਹ ਉਸ ਮੱਤ ਦਾ ਬਾਣਾ ਪਾ ਕੇ ਰੱਖਦਾ ਸੀ। ਜਿਹੜਾ ਸੱਜਣ ਠੱਗ ਸੀ ਧਰਮ ਦੇ ਬਾਣੇ ਵਿੱਚ ਰਹਿੰਦਾ ਸੀ, ਪਰ ਫਿਰ ਠੱਗ ਕਿਉਂ ਬਣਿਆ? ਕਿਉਂਕਿ ਇਹਦੇ ਅੰਦਰ ਹੌਲੀ ਹੌਲੀ ਜਿਹੜਾ ਧਰਮ ਦਾ ਭਾਵ ਸੀ ਉਹ ਦੂਰ ਹੋ ਗਿਆ। ਸਿਰਫ ਤੇ ਸਿਰਫ ਲੋਕਾਂ ਨੂੰ ਠੱਗਣ ਲਈ ਕੇਵਲ ਇਹਦੇ ਕੋਲੇ ਬਾਣਾ ਰਹਿ ਗਿਆ। ਜਿਹੜਾ ਅੰਦਰੋਂ ਕੁਝ ਹੋਰ ਹੈ, ਬਾਹਰੋਂ ਕੁਝ ਹੋਰ ਹੈ। ਬਾਹਰੋਂ ਧਾਰਮਿਕ ਦਿਸਦਾ, ਅੰਦਰੋਂ ਬਿਰਤੀ ਨਹੀਂ, ਉਹਨੂੰ ਠੱਗ ਕਿਹਾ ਜਾਂਦਾ ਹੈ। ਆਮ ਤੌਰ ਤੇ ਫਿਰ ਉਹਨੂੰ ਸੱਜਣ ਠੱਗ। ਰਹੇ ਤਹਾਂ ਇੱਕ ਸੱਜਣ ਬੰਚਕ, ਉੱਥੇ ਇੱਕ ਸੱਜਣ ਨਾਂ ਦਾ ਠੱਗ ਰਹਿੰਦਾ ਸੀ। ਵੇਖ ਬੈਸਨੋ ਦਇਆ ਨ ਰੰਚਕ, ਉਹਦਾ ਜਿਹੜਾ ਵੇਸ਼ ਭਾ ਸੀਗਾ, ਪਹਿਰਾਵਾ ਵੈਸ਼ਨੋ ਸਾਧੂਆਂ ਦਾ ਸੀ, ਪਰ ਅੰਦਰ ਭੂਰਾ ਵੀ, ਰੰਚਕ ਮਾਤਰ ਵੀ ਦਇਆ ਨਹੀਂ ਸੀ। ਵੈਸ਼ਨਵ ਇੱਕ ਮੱਤ ਹੈ। ਤੇ ਆ ਕਈ ਜਗ੍ਹਾ ਤੇ ਲਿਖਿਆ ਹੁੰਦਾ ਨਾ, ਜਦੋਂ ਤੁਸੀਂ ਜਾਣਦੇ ਹੋ ਕਿਤੇ, ਦੇਖੋ ਫਲਾਣੇ ਆ ਵੈਸ਼ਨੂ ਢਾਬਾ, ਉਹ ਹੁਣ ਅਸਲ ਵਿੱਚ ਵੈਸ਼ਨੂ ਇੱਕ ਮੱਤ ਹੈ। ਹੁਣ ਅੱਜ ਕੱਲ ਆਪਾਂ ਉਹ ਕਹਿੰਦੇ ਵੀ ਫਲਾਣਾ ਬੰਦਾ ਨਸ਼ਾ ਪੱਤਾ ਨਹੀਂ ਕੋਈ ਵਰਤਦਾ, ਵੀ ਇਹ ਤਾਂ ਵੈਸ਼ਨੂ ਹੈ। ਲੇਕਿਨ ਉਹ ਵੈਸ਼ਨੂ ਸ਼ਬਦ ਵੈਸ਼ਨਵ ਮੱਤ ਤੋਂ ਬਣਿਆ ਹੈ, ਵੈਸ਼ਨਵ ਤੋਂ।
ਉਹਨਾਂ ਦੀ ਜਿਹੜੀ ਰੀਤੀ, ਉੱਥੋਂ ਹੀ ਫਿਰ ਉਹ ਹੌਲੀ ਹੌਲੀ ਜਿਹੜਾ ਹੈ ਆਮ ਵਿਅਕਤੀ ਤੇ ਕਹਿਣਾ ਸ਼ੁਰੂ ਕਰਤਾ, ਜਿਹੜਾ ਕੋਈ ਨਸ਼ੇ ਪੱਤੇ ਤੋਂ ਰਹਿਤ ਹੈ, ਵਿਕਾਰਾਂ ਤੋਂ ਰਹਿਤ ਹੈ, ਇਹ ਵੈਸ਼ਨੂ ਹੈ। ਫਿਰ ਉਹ ਵਿਚਾਰ, ਚਲੋ ਤਾਂ ਗੱਲ ਵਿੱਚ ਆ ਗਈ, ਸਮਝ ਆਊ। ਗੁਰੂ ਪਾਤਸ਼ਾਹ ਮਹਾਰਾਜ ਉੱਥੇ ਪਹੁੰਚੇ ਹਨ, ਜਿਹਦੇ ਅੰਦਰ ਭਾਈ ਭੋਰਾ ਵੀ ਦਇਆ ਨਹੀਂ, ਜੋ ਪਰਦੇਸੀ ਕਿਤ ਤੇ ਆਵਹਿ। ਜਿਹੜਾ ਕੋਈ ਪਰਦੇਸੀ ਕਿਤੋਂ ਆਉਂਦਾ ਸੀ, ਠਾਕਰ ਦੁਆਰੇ ਤਿਸਹਿ ਟਿਕਾਵਹਿ, ਉਸ ਨੂੰ ਠਾਕਰ ਦੁਆਰੇ ਤੇ ਟਿਕਾਉਂਦਾ ਸੀ। ਤੁਲੰਬਾ ਨਗਰ ਉਹਨਾਂ ਸਮਿਆਂ ਦੇ ਵਿੱਚ ਸ਼ੇਰ ਸ਼ਾਹ ਸੂਰੀ ਮਾਰਗ, ਇਸ ਮਾਰਗ ਦੇ ਉੱਤੇ ਸਰਾਵਾਂ ਬਣੀਆਂ ਹੋਈਆਂ ਸੀ। ਬਹੁਤ ਪੁਰਾਣੇ ਇਹ ਮਾਰਗ ਸੀਗਾ ਸਭ ਤੋਂ। ਇਹ ਲੁਧਿਆਣੇ ਕੋਲੋਂ ਆ ਕੇ ਇਹਦੇ ਦੋ ਹਿੱਸੇ ਬਣ ਜਾਂਦੇ ਸਨ। ਸਰਹੰਦ ਦੇ ਵਿੱਚ ਦੀ ਹੁਣ ਵੀ ਜਿਹੜਾ ਵੱਡਾ ਦਿੱਲੀ ਰੋਡ ਬਣਿਆ, ਹੁਣ ਤਾਂ ਚਲੋ ਬਾਈਪਾਸ ਨਿਕਲ ਇੱਧਰ ਉੱਧਰ ਦੀ ਹੋ ਗਏ ਨਾ ਸਿੱਧੇ। ਪਹਿਲਾਂ ਇਹ ਘੁਮਾ ਕੇ ਨਗਰਾਂ ਵਿੱਚ ਦੀ ਜਾਂਦਾ ਹੁੰਦਾ ਸੀ, ਬਲ ਖਾਲ ਖਾ ਕੇ। ਇੱਥੋਂ ਫਿਰ ਆ ਜਿਹੜਾ ਹੁਣ ਜਗਰਾਉਂ ਵਿੱਚ ਦੀ ਮੋਗਾ ਅੱਗੇ ਫਿਰੋਜ਼ਪੁਰ ਰੋਡ ਚਲਿਆ ਜਾਂਦਾ। ਜੇ ਪੁਰਾਤਨ ਦੇਖੀ ਨੂੰ ਮੁਲਤਾਨ ਰੋਡ ਕਿਹਾ, ਮੁਲਤਾਨ ਤੱਕ ਜਾਂਦਾ ਸੀ ਅੱਗੇ ਇੱਧਰ, ਤੇ ਉਹ ਫਿਰ ਉਧਰੋਂ ਪਰੇ ਨੂੰ ਜਲੰਧਰ ਬੰਨੀ ਦੀ ਹੋ ਕੇ ਪਿੰਡਾਂ ਵਿੱਚ ਦੀ ਤੇ ਤਰਨ ਸਾਹਿਬ ਦੇ ਹੋਰ ਉਹਨਾਂ ਨਗਰਾਂ ਵਿੱਚ ਦੀ ਹੋ ਕੇ ਲਾਹੌਰ ਚਲਿਆ ਜਾਂਦਾ ਸੀ। ਇਹ ਵੱਡੇ ਨਗਰ ਜਿਹੜਾ ਸੀਗਾ। ਤੇ ਫਿਰ ਇਹਨੂੰ ਹੌਲੀ ਹੌਲੀ ਜਦੋਂ ਦੇਸ਼ ਦੇ ਵਿੱਚ ਇਹਨੂੰ ਜਿਹੜਾ ਹੈ ਨੈਸ਼ਨਲ ਹਾਈਵੇ ਦੇ ਰੂਪ ਵਿੱਚ ਇਹਨੂੰ ਗਿਣਿਆ ਕਿ ਪਹਿਲੀ ਸੜਕ ਹੈ ਨੈਸ਼ਨਲ ਹਾਈਵੇ 1। ਪਰ ਹੁਣ ਮੈਨੂੰ ਇੱਕ ਸੱਜਣ ਦੱਸਦਾ ਸੀ ਵੀ ਉਹ ਸਰਕਾਰ ਨੇ ਗੁਜਰਾਤ ਦੇ ਵਿੱਚ ਕੋਈ ਸੜਕ ਸੀ, ਉਹਨੂੰ ਨੈਸ਼ਨਲ ਹਾਈਵੇ 1 ਕਹਿ ਲਿਖ ਦਿੱਤਾ ਤੇ ਇਹਨੂੰ ਬਦਲਤਾ। ਉਹ ਤਾਂ ਐਵੇਂ ਗੱਲਾਂ ਹੀ, ਚਲੋ ਇਹਦੇ ਨਾਲ ਕਿਉਂ ਲੱਗਾ, ਲੋਕਾਂ ਨੂੰ ਤਾਂ ਕੋਈ ਮਤਲਬ ਨਹੀਂ, ਇਹਨਾਂ ਦਾ ਸੜਕ ਤੋਂ ਨਹੀਂ ਲੰਘਣਾ, ਚਾਹੇ ਇਹਨੂੰ 1 ਲਿਖ ਦਿਓ, ਚਾਹੇ ਇਹਨੂੰ 50 ਲਿਖ ਦਿਓ। ਲੇਕਿਨ ਇਹ ਬਹੁਤ ਪੁਰਾਣਾ, ਸਭ ਤੋਂ ਪੁਰਾਣਾ ਅਸਲ ਵਿੱਚ ਜੇ ਆਪਾਂ ਕੀ ਆਪਣੇ ਇਸ ਜਿੰਨਾ ਵੀ ਹੈ ਜਿਹੜਾ ਹਿੰਦੁਸਤਾਨ ਭਾਰਤੀ ਖੇਤਰ ਹੈ ਨਾ, ਇਹਦੇ ਵਿੱਚ ਸਭ ਤੋਂ ਪੁਰਾਣੀ ਸੜਕ ਜਿਹੜੀ ਹੈ ਪਹਿਲੀ ਜੇ ਕੋਈ ਬਣੀ ਹੈ, ਸ਼ੇਰ ਸ਼ਾਹ ਸੂਰੀ ਨੇ ਬਣਾਈ ਸੀ, ਉਹਦੇ ਨਾਂ ਤੇ ਮਾਰਗ ਹੈ ਪੁਰਾਣਾ ਇਹ। ਤੇ ਇਹੀ ਸੀ ਪਹਿਲੀ। ਦਿੱਲੀ ਤੋਂ ਸਰਹੰਦ ਵਿੱਚ ਦੀ ਹੋ ਕੇ ਇੱਥੋਂ ਲੁਧਿਆਣੇ ਤੋਂ ਇੱਥੋਂ ਫਿਰ ਹੋ ਕੇ ਦੋ ਰੂਪ ਬਣ ਜਾਣੇ ਤੇ ਸਰਾਵਾਂ ਹੁੰਦੀਆਂ ਸਨ ਇਹਨਾਂ ਦੇ ਜਾਣਿਆ। ਜਿਵੇਂ ਜਗਰਾਉਂ ਜਿਹੜਾ ਏਰੀਆ, ਇੱਥੇ ਵੀ ਇੱਕ ਪੁਰਾਤਨ ਸਰਾਂ ਜਿਹੜੀ ਹੈ ਬਣੀ ਹੁੰਦੀ ਸੀ ਜਗ੍ਹਾ ਜਗ੍ਹਾ, ਜਿਵੇਂ ਮੱਤੇ ਦੀ ਸਰਾਂ। ਫਿਰ ਦੇਖ ਲਓ ਸਰਾਵਾਂ ਉਦੋਂ ਹੀ ਬਣਾਉਂਦੇ ਸੀਗੇ ਜਿਹੜੇ ਧਾਰਮਿਕ ਪੁਰਸ਼ ਹੈ, ਕੋਈ ਰਾਹੀ ਪਾਂਦੀ ਤੁਰ ਕੇ ਜਾਂ ਗੱਡਿਆਂ ਤੇ ਖੱਚਰਾਂ ਤੇ ਜਾਂਦੇ ਉਹ ਫਿਰ ਆਰਾਮ ਕਰ ਲੈਂਦੇ ਸੀ। ਤੇ ਉਧਰ ਆਪਾਂ ਤਰਨ ਸਾਹਿਬ ਕਰਨੀ ਚਲੇ, ਜਿਵੇਂ ਨੂਰਦੀਨ ਦੀ ਸਰਾਂ ਇਹ ਬਣਾਈਆਂ ਹੋਈਆਂ ਸਨ। ਤੋ ਇਹਨੇ ਵੀ ਸੱਜਣ ਨੇ ਵੀ ਇੱਕ ਸਰਾਂ ਬਣਾਈ ਹੋਈ ਸੀ। ਕੋਈ ਆਉਂਦਾ ਸੀ ਪਰਦੇਸੀ ਕਿਤੋਂ, ਠਾਕੁਰ ਦੁਆਰੇ ਤਿਸੈ ਟਿਕਾਵੈ, ਇੱਕ ਠਾਕੁਰ ਦੁਆਰਾ ਵੀ ਬਣਾਇਆ, ਉੱਥੇ ਉਹਨੂੰ ਟਿਕਾਉਂਦਾ, ਭਾਵ ਉਹਨੂੰ ਆਰਾਮ ਵਾਸਤੇ ਜਗ੍ਹਾ ਦਿੰਦਾ। ਨਿਸਾ ਪਰੇ ਤੇਹ ਕੋ ਗਹਿ ਲੇਵਹਿ, ਰਾਤ ਹੁੰਦੀ ਤਾਂ ਉਸਨੂੰ ਜਾ ਫੜ ਲੈਂਦਾ ਸੀ। ਪਾਸ ਹੋਏ ਕਛ ਛੀਨ ਸੋ ਲੇਵਹਿ, ਜੋ ਕੁਝ ਵੀ ਉਹਦੇ ਕੋਲੇ ਹੁੰਦਾ ਸੀ ਉਹ ਸਾਰਾ ਖੋਹ ਲੈਂਦਾ ਸੀ। ਪ੍ਰਾਨ ਹਾਨ ਕਰ ਕੂਪ ਗਿਰਾਏ, ਉਹਨੂੰ ਮਾਰ ਕੇ ਖੂਹ ਦੇ ਵਿੱਚ ਸੁੱਟ ਦਿੰਦਾ ਸੀ। ਲਖਿਓ ਗੁਰੂ ਪਾਪੀ ਬਹੁ ਬਾਏ, ਗੁਰੂ ਸਾਹਿਬ ਨੇ ਜਾਣਿਆ ਧਰਮ ਦੇ ਨਾਂ ਤੇ ਬਹੁਤ ਵੱਡਾ ਇਹ ਪਾਪ ਕਰ ਰਿਹਾ ਹੈ। ਅਸਲ ਵਿੱਚ ਪਹਿਲਾਂ ਇਹ ਚੰਗਾ ਸਾਧੂ ਸੀ, ਹੌਲੀ ਹੌਲੀ ਮੱਤ ਜਿਵੇਂ ਇਹਨੇ ਸਰਾਂ ਬਣਾ ਲਈ ਤੇ ਲੋਕਾਂ ਨੂੰ ਜਗ੍ਹਾ ਉੱਥੇ ਰਹਿਣ ਵਾਸਤੇ ਲੰਗਰ ਪਾਣੀ ਦੇਣਾ ਸ਼ੁਰੂ ਕਰਤਾ। ਚੰਗੀ ਦੀ ਬਿਰਤੀ ਸੀ, ਅਮੀਰ ਪਹਿਲਾਂ ਤੋਂ ਵੀ ਸੀ, ਪਰ ਉਹ ਬਿਰਤੀ ਫਿਰ ਇਉਂ ਹੋ ਗਈ ਜਿਉਂ-ਜਿਉਂ ਲੋਕ ਆਇਆ ਕਰਨ, ਰਿਹਾ ਕਰਨ, ਇਹਨੂੰ ਕੁਛ ਨਾ ਕੋਈ ਮਾਇਆ ਦਾਨ ਰੂਪ ਵਿੱਚ ਦੇ ਜਾ ਕਰਨ। ਫਿਰ ਇਹਦੀ ਬਿਰਤੀ ਜਿਹੜੀ ਹੈ ਲੋਕਾਂ ਤੋਂ ਪਦਾਰਥ ਲੈਣ ਦੀ ਰੁਚੀ ਵੱਧਦੀ ਗਈ ਤੇ ਜਿਹੜੀ ਸਹੂਲਤ ਸੇਵਾ ਸੀ ਉਹ ਰੁਚੀ ਘਟਦੀ ਗਈ। ਹੌਲੀ ਹੌਲੀ ਹਾਲਤ ਇਹ ਬਣ ਗਏ ਕਿ ਇਹਨੇ ਫਿਰ ਧੱਕੇ ਨਾਲ ਸਭ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦੇਣੀ, ਰਾਤ ਨੂੰ ਜਾ ਕੇ ਉਹਨੂੰ ਬੰਨ੍ਹ ਕੇ ਬੰਦੇ ਜੋ ਵੀ ਕੋਈ ਪ੍ਰਾਣੀ ਤੇ ਉਹ ਕੁਛ ਹੋਣਾ। ਕਿਉਂਕਿ
ਉਹਨਾਂ ਸਮਿਆਂ ਵਿੱਚ ਵਪਾਰੀ ਹੋਈ ਇਹ ਸਭ ਤੋਂ ਵੱਡੀ ਵਪਾਰਕ ਸੜਕ ਸੀ ਤੇ ਚੰਗੇ ਵਪਾਰੀ ਹੋਈ ਲੰਘਦੇ ਸਨ। ਇਹ ਲੁੱਟ ਖੋਹ ਕਰ ਲੈਂਦਾ ਸੀ, ਮਾਰ ਕੇ ਖੂਹ 'ਚ ਉਹਦੀ ਲਾਸ਼ ਸੁੱਟ ਦਿੰਦਾ ਸੀ। ਲਖਿਓ ਗੁਰੂ ਪਾਪੀ ਬਹੁ ਵਾਏ, ਗੁਰੂ ਸਾਹਿਬ ਨੇ ਜਾਣਿਆ ਬਹੁਤ ਵੱਡਾ ਪਾਪ ਕਰ ਰਿਹਾ ਪਾਪੀ ਹੈ। ਤਿਸ ਨਿਸਤਾਰਨ ਹੇਤ ਦਇਆਲਾ, ਉਸ ਨੂੰ ਭਾਈ ਭਲਾ ਕਰਨ ਉਤਾਰਨ ਦੇ ਵਾਸਤੇ ਦਿਆਲੂ ਸਤਿਗੁਰੂ ਪਹੁੰਚੇ। ਤਿਹ ਢੈਗਲੇ ਸੰਗ ਬਾਲਾ, ਭਾਈ ਬਾਲੇ ਨੂੰ ਲੈ ਕੇ ਉਸ ਕੋਲ ਪਹੁੰਚੇ। ਭਲੇ ਲੋਕ ਪਿਖ ਸੱਜਣ ਹਰਖਾ, ਚੰਗੇ ਲੋਕ ਬਾਣਾ ਵਗੈਰਾ ਵੇਖ ਕੇ ਕਿ ਇਹਨਾਂ ਦਾ ਜਿਹੜਾ ਮਸਤਕ ਉਹ ਵੀ ਦੱਸਦਾ ਪੈਸਾ ਧੇਲਾ ਇਹਨਾਂ ਕੋਲੇ ਬਹੁਤ ਹੈ, ਖਜ਼ਾਨਾ। ਸੱਜਣ ਖੁਸ਼ ਹੋਇਆ। ਦਿਪਤ ਲਿਲਾਰਾ ਧਨ ਢਿੱਗ ਪਰਖਾ, ਉਹਨੇ ਮੱਥੇ ਦਾ ਪ੍ਰਤਾਪ ਤੇਜ ਵੇਖ ਕੇ ਜਾਣਿਆ ਇਹਨਾਂ ਕੋਲੇ ਬਹੁਤ ਧਨ ਹੈ। ਸਨਮਾਨੇ ਗੁਰ ਕਪਟਹ ਸੰਗਾ, ਉਸ ਸਮੇਂ ਭਾਈ ਮਰਦਾਨੇ ਦਾ ਪੁੱਤਰ ਸੀ ਨਾਲ ਗੁਰੂ ਸਾਹਿਬ ਦੇ। ਤੇ ਆਮ ਤੌਰ ਤੇ ਹੁੰਦਾ ਸਾਖੀਕਾਰ ਉਹ ਜਦੋਂ ਸੁਣਾਉਂਦੇ ਆ ਇਹੀ ਸੁਣਾਉਂਦੇ ਆ ਵੀ ਭਾਈ ਮਰਦਾਨਾ ਨਾਲ ਸੀ, ਭਾਈ ਬਾਲਾ ਸੀ। ਪਰ ਭਾਈ ਮਰਦਾਨਾ ਜੀ ਅਕਾਲ ਚਲਾਣਾ ਕਰ ਚੁੱਕੇ ਸਨ। ਭਾਈ ਮਰਦਾਨੇ ਦਾ ਪੁੱਤਰ ਸੀ ਨਾਲ ਮਹਾਰਾਜ ਦੇ। ਗੁਰੂ ਸਾਹਿਬ ਦਾ ਭਾਈ ਕਪਟ ਦੇ ਨਾਲ ਉਹਨੇ ਅੰਦਰੋਂ ਕਪਟ ਰੱਖ ਕੇ ਬੜਾ ਸਨਮਾਨ ਕੀਤਾ। ਨਿਸਾ ਮਾਹੇ ਹਿਤ ਹਤਨ ਮੰਗਾ, ਰਾਤ ਦੇ ਸਮੇਂ ਰਾਤ ਵਿੱਚ ਇਹਨਾਂ ਨੂੰ ਮਾਰਨ ਦੇ ਵਾਸਤੇ ਕਰਿਓ ਅਸਨ ਹਿਤ ਗੁਰੂ ਅਚਾਵਨ, ਤਾਂ ਭਾਈ ਗੁਰੂ ਸਾਹਿਬ ਨੂੰ ਜਿਹੜਾ ਹੈ ਭੋਜਨ ਛਕਾਉਣ ਲਈ ਤਿਆਰ ਕੀਤਾ। ਭੋਜਨ ਲਿਆਇਓ ਕਹਿਓ ਕਰੋ ਪ੍ਰਭ ਖਾਵਨ, ਤੇ ਲਿਆਇਆ ਕਹਿਣ ਲੱਗਿਆ ਮਹਾਰਾਜ ਇਹਨੂੰ ਤੁਸੀਂ ਛਕਣਾ ਕਰੋ। ਤਿਸ ਕੀ ਦਿਸ ਪਿਖ ਕੈ ਸੁਖ ਦਾਤਾ, ਤੇ ਆਪ ਇਹ ਪਾਸੇ ਬੈਠ ਗਿਆ। ਇਹਦੇ ਵੱਲ ਵੇਖ ਕਰਕੇ ਫਿਰ ਮਹਾਰਾਜ ਨੇ ਜਾਣ ਲਿਆ ਜ਼ਹਿਰ ਪਾ ਕੇ ਲਿਆਇਆ। ਸੁੱਖਾਂ ਦੇ ਦਾਤੇ ਸਤਿਗੁਰੂ ਜੀ ਨੇ ਸ਼ਬਦ ਕਹਿਓ ਅਸ ਵਿਦ ਬਖਿਆਤਾ, ਇਸ ਤਰ੍ਹਾਂ ਭਾਈ ਬਖਿਆਤਾ ਪ੍ਰਤੱਖ ਸਤਿਗੁਰਾਂ ਨੇ ਸ਼ਬਦ ਜਿਹੜਾ ਹੈ ਉਹ ਉਚਾਰਨ ਕੀਤਾ ਹੈ। ਸੂਹੀ ਮਹੱਲਾ ਪਹਿਲਾ, ਜੋ ਕਿ ਸੂਹੀ ਰਾਗ ਵਿੱਚ ਹੈ। ਘਰ ਛੇਵਾ, ਛੇਵੇਂ ਘਰ ਦਾ ਇੱਥੇ ਸਾਫ ਸ਼ਰਧਾ ਸੂਹੀ ਮਹੱਲਾ ਪਹਿਲਾ ਲਿਖਿਆ ਕਿ ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮੂਹਰੇ ਹੈ ਇੱਥੇ ਲਿਖਿਆ ਰਾਗ ਸੂਹੀ ਮਹੱਲਾ ਪਹਿਲਾ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਸ ਤਰ੍ਹਾਂ ਸਰਲੇਖ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਇੱਕ ਪਰਮੇਸ਼ਰ ਵਾਹਿਗੁਰੂ, ਜੋ ਭਾਈ ਸਤਿਗੁਰੂ ਦੀ ਕਿਰਪਾ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ। ਮਹਾਰਾਜ ਨੇ ਫਿਰ ਇਹ ਸ਼ਬਦ ਉਚਾਰਨ ਕੀਤਾ, ਗਾਇਨ ਕੀਤਾ। ਭਾਈ ਮਰਦਾਨੇ ਦੇ ਪੁੱਤਰ ਨੇ ਰਬਾਬ ਵਜਾਈ, ਸਤਿਗੁਰੂ ਜੀ ਸ਼ਬਦ ਪੜ੍ਹਦੇ ਹਨ। ਉਜਲ ਕਹਿਹਾ ਚਿਲਕਣਾ, ਘੋਟਮ ਕਾਲੜੀ ਮਸ, ਮਹਾਰਾਜ ਉਹ ਸੱਜਣ ਨੂੰ ਸੰਬੋਧਿਤ ਹੋ ਕੇ ਉਹਨੂੰ ਮੱਤ ਦੇਣ ਲਈ ਉਪਦੇਸ਼ ਕਰਦੇ ਬਚਨ ਕਹਿ ਰਹੇ। ਉਜਲ ਕਹਿਹਾ, ਜਿਹੜਾ ਕਹਿ ਕੰਸੀ ਦਾ ਭਾਂਡਾ ਹੈ ਨਾ, ਇਹ ਬਹੁਤ ਚਿੱਟਾ ਹੁੰਦਾ, ਚਿਲਕਣਾ ਚਮਕਦਾ ਹੈ। ਘੋਟਮ ਕਾਲੜੀ ਮਸ, ਪਰ ਜਦੋਂ ਕੋਈ ਉਹਨੂੰ ਮਾਂਜਣ ਲੱਗਦਾ ਤੇ ਪੂਰਾ ਅੱਗੇ ਪੁਰਾਣੇ ਸਮੇਂ ਵਿੱਚ ਸਵਾਹ ਜਾਂ ਰੇਤੇ ਨਾਲ ਮਾਂਜਦੇ, ਉਹਨੂੰ ਮਾਂਜਿਆ ਤੇ ਉਹਦੇ ਵਿੱਚੋਂ ਕਾਲਖ ਨਿਕਲਦੀ ਹੈ, ਕਿਉਂਕਿ ਜਿੰਨਾ ਉਹਨੂੰ ਘਸਾਉਂਦੇ ਨੇ ਕਾਲੀ। ਤੇ ਸਨਾਤਨ ਧਰਮ ਵਿੱਚ ਕਹਿਣ ਦੇ ਭਾਂਡੇ ਨੂੰ ਜੂਠਾ ਹੀ ਮੰਨਦੇ ਆ, ਕਹਿੰਦੇ ਜੂਠਾ ਹੀ ਹੈ, ਸੁੱਚਾ ਨਹੀਂ ਹੁੰਦਾ ਹੈ। ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਉਹਨੂੰ ਕਿੰਨਾ ਵੀ ਅਸਲ ਵਿੱਚ ਉਹ ਕਿਉਂ ਮੰਨਦੇ ਨੇ, ਕਿਉਂਕਿ ਉੱਤੇ ਉੱਤੇ ਝਾਲ ਜੀ ਹੁੰਦੀ ਹੈ, ਬਾਕੀ ਵਿੱਚੋਂ ਫਿਰ ਹੱਥ ਕਾਲੇ ਕਰਦਾ। ਤੇ ਉਹ ਭਾਈ ਕਾਲੀ ਸਿਆਹੀ ਹੀ, ਘੋਟਮ ਕਾਲੜੀ ਮਸ, ਮਸ ਨਾਮ ਸਿਆਹੀ ਦਾ, ਸਿਆਹੀ ਨਿਕਲਦੀ ਹੈ। ਧੋਤਿਆ ਝੂਠ ਨਾ ਉਤਰੈ, ਜੇ 100 ਧੋਵਾ ਤਿਸ, ਐ ਸੱਜਣਾ ਜੇ ਉਹਨੂੰ ਧੋਈਏ ਨਾ, ਉਹਦੀ ਧੋਤਿਆਂ ਝੂਠ ਨਹੀਂ ਉਤਰਦੀ ਹੈ, ਕਾਲਖ ਦੂਰ ਨਹੀਂ ਹੁੰਦੀ ਹੈ। ਕਰਮਕਾਂਡੀ ਜਿਹੜੇ ਨੇ ਫਿਰ ਉਸ ਕਹਿਣ ਦੇ ਭਾਂਡੇ ਵਿੱਚ ਕੋਈ ਅੰਨ ਪਾਣੀ ਛਕਦੇ ਨਹੀਂ ਹਨ। ਧੋਣ ਨਾਲ ਇਹ ਕਾਲਸ ਝੂਠ ਨਹੀਂ ਉਤਰਦੀ। ਜੇ 100 ਧੋਵਾ ਤਿਸ, ਜੇ 100 ਵਾਰੀ ਵੀ ਭਾਵੇਂ ਉਸ ਨੂੰ ਧੋ ਲਈਏ। ਇਸੇ ਤਰ੍ਹਾਂ ਇਹ ਜਾਣ ਲੈ
ਕਿ ਕਹਿ ਦੇ ਭਾਂਡੇ ਵਾਂਗੂ ਉੱਪਰੋਂ ਤਾਂ ਚਿੱਟਾ ਹੈ, ਅੰਦਰੋਂ ਕਾਲਾ ਹੈ, ਤੇ ਅੰਦਰ ਦੀ ਜਿਹੜੀ ਅਪਵਿੱਤਰਤਾ ਹੈ ਕੇਵਲ ਬਾਹਰ ਦੇ ਸਰੀਰ ਧੋਤਿਆਂ, ਬਾਹਰ ਦੇ ਚਿੱਟੇ ਵਸਤਰ ਪਾਇਆ, ਅੰਦਰ ਦੀ ਕਾਲਖ ਜਿਹੜੀ ਹੈ ਉਹ ਧੋਂਦੀ ਨਹੀਂ, ਭਾਵੇਂ ਸੈਂਕੜੇ ਵਾਰੀ ਕੋਈ ਧੋ ਲੇ, ਕੋਈ ਤੀਰਥਾਂ ਪਰ ਜਾ ਲੇ, ਨਾਮ ਬਿਨਾ ਇਹ ਭਾਈ ਅੰਦਰ ਦੀ ਕਾਲਖ ਦੂਰ ਨਹੀਂ ਹੁੰਦੀ। ਸੱਜਣ ਸਈ ਨਾਲ ਮੈਂ ਚੱਲਦਿਆਂ ਨਾਲ ਚਲਨ। ਸੱਜਣ ਅਸਲ ਵਿੱਚ ਉਹ ਨੇ ਐ ਸੱਜਣਾ, ਨਾਂ ਹੀ ਸੱਜਣ ਰਖਾਇਆ, ਅਸਲ ਵਿੱਚ ਸੱਜਣ ਉਹ ਹੁੰਦੇ ਐ ਜਿਹੜੇ ਚੱਲਦਿਆਂ ਪ੍ਰਲੋਕ ਵਿੱਚ ਜਾਣ ਲੱਗਿਆਂ ਸਾਥ ਨਿਭਾਉਣ। ਉਹ ਕਿਹੜੇ ਹਨ? ਸ਼ੁਭ ਗੁਣ। ਜਿੱਥੈ ਲੇਖਾ ਮੰਗੀ ਐ ਤਿੱਥੈ ਖੜੇ ਦਿਸਨ ਰਹਾਉ। ਜਿੱਥੇ ਫਿਰ ਲੇਖਾ ਮੰਗਿਆ ਜਾਣਾ, ਹਿਸਾਬ ਕਿਤਾਬ ਹੋਣਾ, ਉੱਥੇ ਬਰਾਬਰ ਉਹ ਸ਼ੁਭ ਗੁਣ। ਤਾਂ ਭਾਈ ਪਰਮੇਸ਼ਰ ਦਾ ਨਾਮ ਅਸਲ ਸਾਡਾ ਸੱਜਣ ਹੈ। ਉੱਥੇ ਫਿਰ ਜਾਂ ਕੋਈ ਸੰਤ ਮਹਾਤਮਾ ਨਾਮ ਰੰਗਿਆ ਜਿਹੜਾ ਹੈ ਉਹ ਨਾਲ ਜਿਹੜਾ ਹੈ ਗਵਾਹੀ ਦਿੰਦਾ। ਜਿਵੇਂ ਇੱਕ ਭਾਈ ਜੱਲਣ ਜੱਟ ਭਗਤ ਹੋਏ, ਜਿਨ੍ਹਾਂ ਨੇ ਕਿਰਪਾ ਕਰਤੀ ਸੀ ਕਰਮਚਾਰੀ ਤੇ, ਕਹਿਤਾ ਸੀ ਸਾਨੂੰ ਜੀ ਕਹਿ ਕੇ ਬੁਲਾਉਂਦਾ, ਧਰਮ ਰਾਜੇ ਨੂੰ ਕਹਿ ਦਿਓ ਇਸ ਗੱਲ ਦਾ ਖਿਆਲ ਰੱਖੇ। ਧਰਮ ਰਾਜੇ ਨੂੰ ਵੀ ਗੁਰਮੁਖੋ ਨੂੰ ਜਿਹੜਾ ਹੈ ਸਵਰਗ ਵੱਲ ਭੇਜਣਾ ਪਿਆ, ਨਰਕਾਂ 'ਚ ਨਹੀਂ ਭੇਜ ਸਕਿਆ, ਕਿਉਂਕਿ ਇੱਕ ਭਗਤ ਨੂੰ ਇਹਨੇ ਜੀ ਕਹਿ ਕੇ ਬੁਲਾਇਆ। ਇਸ ਤਰ੍ਹਾਂ ਜੋ ਸੱਜਣ ਨੇ ਜਿਹੜੇ ਤਿੱਥੈ ਖੜੇ ਦਿਸਣ, ਜਿਹੜੇ ਨਾਲ ਉੱਥੇ ਖੜੇ ਦਿਸਦੇ ਹਨ, ਮੁਖ ਭਾਵ ਸ਼ੁਭ ਗੁਣ ਹੈ। ਰਹਾਉ ਵਿਸਰਾਮ। ਕੋਠੇ ਮੰਡਪ ਮਾੜੀਆ ਪਾਸੋ ਚਿਤ ਵੀ ਆਹ। ਪਰ ਇਹ ਯਾਦ ਰੱਖੋ ਕਿ ਕੁਝ ਮਕਾਨ ਇਹੋ ਜਿਹੇ ਹੁੰਦੇ ਨੇ ਜਿਹੜੇ ਬਾਹਰੋਂ ਕਈ ਵਾਰ ਆਪਾਂ ਦੇਖੋ ਆ ਬਾਲੇ ਵਗੈਰਾ ਪਾਉਨੇ ਲੱਕੜ ਦੇ, ਤੇ ਉਹਦੇ ਤੇ ਰੰਗ ਕਰਦਾ ਹੁੰਦਾ, ਸਾਰਾ ਕੋਈ ਚਮਕਦਾ, ਪਰ ਵਿੱਚੋਂ ਸਿਉਂਖ ਦੇ ਖਾਦੇ ਹੁੰਦੇ, ਉਹ ਡਿੱਗਣ ਲੱਗਿਆ ਪਤਾ ਨਹੀਂ ਲੱਗਦਾ। ਇਸੇ ਤਰ੍ਹਾਂ ਕੋਈ ਘਰ ਕੋਠਾ ਮੰਡਪ ਵੱਡੀਆਂ ਵੱਡੀਆਂ ਮਾੜੀਆਂ ਕੋਈ ਬਾਹਰੋਂ ਤਾਂ ਬਹੁਤ ਚਮਕਾ ਦੇਵੇ, ਪਰ ਵਿੱਚੋਂ ਉਹ ਢਿਆ ਜਿਹਾ ਪਿਆ ਹੋਵੇ, ਕੋਈ ਕੰਧ ਢਹੀ ਪਈ ਹੈ, ਕੋਈ ਕੁਛ ਹੋਇਆ, ਕਦੇ ਛੱਤ ਡਿੱਗੀ ਹੈ, ਪਰ ਬਾਹਰੋਂ ਦੇਖਣ ਨੂੰ ਮਕਾਨ ਇਉਂ ਲੱਗਦਾ ਬੜਾ ਵਧੀਆ ਹੈ। ਕੋਠੇ ਮੰਡਪ ਮਾੜੀਆਂ ਪਾਸੋਂ ਚਿਤ ਵੀ ਆਹ। ਕਹਿੰਦੇ ਵੱਡੇ ਵੱਡੇ ਕੋਠੇ ਮਹੱਲ ਮਾੜੀਆਂ ਹਵੇਲੀਆਂ ਬਾਹਰੋਂ ਚਿਤਰਾਕਾਰੀ ਕੀਤੀ ਹੈ। ਢੱਠੀਆ ਕੰਮ ਨਾ ਆਵਨੀ ਵਿੱਚੋਂ ਸਖਣੀ ਆਹ। ਸੱਜਣਾ ਜੇ ਹੁਣ ਵਿੱਚੋਂ ਖਾਲੀ ਨੇ, ਉਹ ਉੱਥੇ ਵਸਦਾ ਹੀ ਕੋਈ ਨਹੀਂ ਹੈ, ਤਾਂ ਉਹ ਢਈਆਂ ਹੋਈਆਂ ਕਿਸੇ ਕੰਮ ਨਹੀਂ ਆਉਂਦੀਆਂ। ਇਸੇ ਤਰ੍ਹਾਂ ਸਤ ਸੰਗਤ ਤੋਂ ਬਿਨਾ ਇਹ ਜਿਹੜਾ ਹੈ ਸਰੀਰ ਰੂਪੀ ਕੋਠਾ, ਇਹ ਅੰਦਰੋਂ ਸ਼ੁਭ ਗੁਣ ਪੈਦਾ ਨਹੀਂ ਹੁੰਦੇ, ਖਾਲੀ ਹੈ ਅੰਦਰੋਂ ਤੇ ਢਿਆ ਪਿਆ, ਕਿਸੇ ਕੰਮ ਨਹੀਂ। ਇਹ ਜਾਣ ਲੈ ਕੇ ਬਾਹਰੋਂ ਹੀ ਐਵੇਂ ਜਿਹੜੀ ਹੈ ਲਿਪਾ ਪੋਚੀ ਦੀਂਦੀ ਹੈ। ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ। ਫਿਰ ਦੇਖੋ ਬੱਗਾ ਬਗਲਾ ਹੈ, ਬਗਲੇ ਦੇ ਬੱਗੇ ਬੱਗੇ ਖੰਭ ਚਿੱਟੇ ਹੀ ਉੱਤੋਂ ਖੰਭ ਹੈ। ਤੀਰਥ ਮੰਝ ਵਸਨ, ਤੀਰਥਾਂ ਦੇ ਕਿਨਾਰੇ ਤੇ ਵਸਦਾ ਹੈ। ਘੁੱਟ ਘੁੱਟ ਜੀਆ ਖਾਵਣੇ ਬੱਗੇ ਨਾ ਕਹੀਅਨ। ਪਰ ਬਿਰਤੀ ਕੀ ਹੈ? ਘੁੱਟ ਘੁੱਟ ਚੰਗੀ ਤਰ੍ਹਾਂ ਜੀਵਾਂ ਨੂੰ ਗਲੋਂ ਘੁੱਟ ਘੁੱਟ ਕੇ, ਮੱਛੀਆਂ ਨੂੰ ਗਲ ਤੋਂ ਫੜਦਾ ਹੈ, ਘੁੱਟ ਘੁੱਟ ਕੇ ਖਾਂਦਾ ਹੈ। ਇਸ ਕਰਕੇ ਉਹਨੂੰ ਬਾਹਰੋਂ ਬੱਗਾ ਭਾਵ ਇੱਥੇ ਆ ਗਿਆ ਹੰਸ, ਉਹਨੂੰ ਬਾਹਰੋਂ ਬਗਲਾ ਚਿੱਟਾ ਦੇਖ ਕੇ ਹੰਸ ਨਹੀਂ ਕਿਹਾ ਜਾ ਸਕਦਾ। ਸੱਜਣਾ ਤੂੰ ਵੀ ਬਗਲੇ ਵਰਗਾ ਹੈ, ਬਾਹਰੋਂ ਤੇ ਸਾਧੂ ਸੰਤਾਂ ਵਰਗਾ ਬਾਣਾ ਪਾਇਆ ਤੇ ਤੀਰਥ ਦੀ ਵਾਂਗੂ ਤੂੰ ਧਰਮਸਾਲ ਬਣਾ ਲਈ ਹੈ, ਪਰ ਯਾਦ ਰੱਖ ਜਿਹੜੇ ਜੀਵ ਆਉਂਦੇ ਨੇ ਉਹਨਾਂ ਨੂੰ ਲੁੱਟ ਲੁੱਟ ਕੇ ਖਾਨਾ, ਇਹਦੇ ਨਾਲ ਤੂੰ ਹੰਸ ਨਹੀਂ ਬਣ ਸਕਦਾ ਹੈ। ਸਿਮਲ ਰੁੱਖ ਸਰੀਰ ਮੈਂ ਜਨ ਦੇਖ ਭੁਲਨ। ਮੈਜਨ ਇਕੱਠਾ ਪਾਠ ਵੀ ਹੈ ਤੇ ਮੈਂ ਜਨ ਅਲੱਗ-ਅਲੱਗ ਵੀ। ਮਹਾਰਾਜ ਕਹਿੰਦੇ ਦੇਖ ਸਿਮਲ ਰੁੱਖ ਸਰੀਰ ਮੈਂ, ਜਿਵੇਂ ਸਿਮਲ ਦਾ ਦਰਖਤ ਹੈ ਤੇ ਉਹਨੂੰ ਫਲ ਜੇ ਲੱਗੇ, ਜਿਹੜੇ ਤੋਤੇ ਨੇ ਉਹ ਭੁੱਲ ਕੇ ਆ ਗਏ ਵੀ ਸੋਹਣੇ ਫਲ ਹੈ, ਚੁੰਝ ਮਾਰਦੇ ਆ, ਪਰ ਉਹ ਫਿਰ ਕੰਮ ਨਹੀਂ ਆਉਂਦੇ ਹੈ। ਸਿਮਲ ਰੁੱਖ ਸਰਾਏ ਰਾਤ ਦੀਰਘ ਅਤ ਮੁੱਚ, ਓਏ ਜੇ ਆਵੇ ਆਸ ਕਰ ਜਾਏ ਨਿਰਾਸੇ ਕਿਤ। ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪਤ, ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆ ਤਤ। ਉਹ ਫਲ ਜਿਹੜੇ ਆ ਤੋਤਿਆਂ ਦੇ ਕੰਮ ਨਹੀਂ ਆਉਂਦੇ, ਚੀੜੇ ਜੇ ਹੁੰਦੇ ਆ, ਉਹਦੇ ਚ ਚੁੰਝ ਫਸ ਜਾਂਦੀ ਹੈ ਤੋਤੇ ਦੀ, ਕਈ ਵਾਰ ਉੱਥੇ ਹੀ ਵਿੱਚੇ ਚੁੰਝ ਫਸ ਕੇ ਉਵੇਂ ਮਰ ਜਾਂਦਾ ਤੋਤਾ। ਇਸ ਕਰਕੇ
ਕਿਸੇ ਫਲ ਉਹ ਕੰਮ ਨਹੀਂ ਆਉਂਦੇ। ਸਿਮਲ ਰੁੱਖ ਸਰੀਰ ਮੈਂ ਜਾਨ ਦੇਖ ਭੁਲਨ। ਕਹਿੰਦੇ ਇਸੇ ਤਰ੍ਹਾਂ ਭਾਈ ਇਹ ਜਾਣ ਲੈ ਕਿ ਜਿਹੜਾ ਹੈ ਇਹ ਸਰੀਰ ਇਹ ਸਿਮਲ ਰੁੱਖ ਵਾਂਗੂ ਹੈ, ਤੇ ਤੈਨੂੰ ਕੋਈ ਚੰਗਾ ਜਨ ਵੇਖ ਕੇ ਸਾਧੂ ਵੇਖ ਕੇ ਉਹ ਭੁੱਲ ਜਾਂਦੇ ਹਨ। ਸੇ ਫਲ ਕੰਮ ਨਾ ਆਵਨੀ ਤੇ ਗੁਣ ਮੈਂ ਤਨ ਹਨ। ਉਹ ਫਿਰ ਫਲ ਕੰਮ ਨਹੀਂ ਆਉਂਦੇ ਹਨ। ਆ ਰਿੱਧੀਆਂ ਸਿੱਧੀਆਂ ਰੂਪੀ ਫਲ ਜਿਹੜੇ ਆ ਗੁਰਮੁਖਾਂ ਦੇ ਕਿਸੇ ਕੰਮ ਨਹੀਂ, ਜਿਵੇਂ ਤੋਤੇ ਦੇ ਉਹ ਕੰਮ ਨਹੀਂ ਆਉਂਦੇ। ਇਸੇ ਤਰ੍ਹਾਂ ਇਹ ਜਾਣ ਲੈ ਤੇ ਗੁਣ ਮੈਂ ਤਨ ਹਨ। ਉਹ ਜਿਹੜੇ ਗੁਣ ਹਨ ਤੇ ਗੁਣ ਉਹੇ ਜਿਹੇ ਕਹਿੰਦੇ ਤੇਰੇ ਵਿੱਚ ਗੁਣ ਹੈ ਸਿਮਲ ਦੇ ਰੁੱਖ ਵਾਂਗੂ, ਤੇਰੇ ਸਰੀਰ ਵਿੱਚ ਹਨ। ਐ ਸੱਜਣਾ ਤੇਰਾ ਵੀ ਰੂਪ ਉਹੇ ਜਿਹਾ ਹੀ ਹੈ। ਅੰਧਲੇ ਭਾਰ ਉਠਾਇਆ ਡੂਗਰ ਵਾਟ ਬਹੁਤ। ਫਿਰ ਜਾਂ ਇਹ ਲਾ ਲਓ ਕਿ ਕੋਈ ਅੰਨਾ ਵਿਅਕਤੀ ਹੈ, ਸਿਰ ਤੇ ਬਹੁਤ ਭਾਰ ਚੁੱਕਿਆ ਹੋਇਆ ਤੇ ਪਹਾੜਾਂ ਦਾ ਔਖਾ ਰਸਤਾ ਹੈ ਜਿਹਦੇ ਤੇ ਉਹਨੇ ਚੱਲਣਾ ਹੋਵੇ, ਤਾਂ ਅੱਖੀ ਲੋੜੀ ਨਾਲ ਹਉ ਚੜ ਲੰਘਾ ਕਿਤ। ਹੁਣ ਉਹਦੇ ਵਿਚਾਰੇ ਦੇ ਅੱਖਾਂ ਹੈ ਨਹੀਂ, ਜੇ ਅੱਖਾਂ ਨਾਲ ਵੇਖਣਾ ਵੀ ਚਾਹੁੰਦਾ ਹੈ ਵੇਖ ਨਹੀਂ ਸਕਦਾ। ਦੱਸੋ ਹਉ ਚੜ ਲੰਘਾ ਭਾਈ ਉਹ ਕਿਸ ਤਰ੍ਹਾਂ ਚੜ ਕੇ ਔਖੀਆਂ ਘਾਟੀਆਂ ਸਿਰ ਤੇ ਭਾਰ ਚੁੱਕ ਕੇ ਇਹਨਾਂ ਕਿਵੇਂ ਲੰਘ ਸਕਦਾ ਹੈ। ਸੱਜਣਾ ਤੇਰੇ ਵੀ ਵਿਵੇਕ ਬਰਾਗ ਰੂਪੀ ਮਨ ਬੁੱਧ ਰੂਪੀ ਨੇਤਰ ਹੈ ਨਹੀਂ। ਇਹ ਯਾਦ ਰੱਖ ਲੈ ਗਿਆਨੀ ਰੂਪ ਅੰਨਾ ਹੋਇਆ ਤੂੰ, ਗਿਆਨਤਾ ਹੈ ਤੇ ਤੂੰ ਆ ਪਾਪਾਂ ਦਾ ਬੋਝ ਚੁੱਕੀ ਫਿਰਦਾ ਹੈ। ਇਹ ਯਾਦ ਰੱਖ ਵੀ ਇਹ ਬਹੁਤ ਔਖਾ ਮਾਰਗ ਹੈ, ਕਿਵੇਂ ਜਾਵੇਂਗਾ, ਦੁੱਖ ਭੋਗਣੇ ਪੈਣਗੇ। ਅੱਖੀ ਲੋੜੀ ਨਾਲ ਹੁਣ ਚੜ ਲੰਘਾ ਕਿਤ। ਗਿਆਨ ਰੂਪੀ ਅੱਖਾਂ ਵਿਵੇਕ ਵਿਰਾਗ ਰੂਪੀ ਪੁੰਨ ਕਰਮ ਤੈਂ ਕੀਤੇ ਨਹੀਂ। ਇਹ ਤੂੰ ਅੱਖਾਂ ਚਾਹੁੰਦਾ ਤਾਂ ਹੈ ਪਰ ਹੁੰਦੀਆਂ ਨਹੀਂ, ਕਿਉਂਕਿ ਗਿਆਨ ਤਾਂ ਕਿਵੇਂ ਪਾਰ ਹੋਵੇਂਗਾ, ਪਾਰ ਉਤਾਰਾ ਨਹੀਂ ਹੋਣਾ ਹੈ। ਚਾਕਰੀਆ ਚੰਗਿਆਈਆ ਅਵਰ ਸਿਆਣਪ ਕਿਤ। ਇਹ ਜਿੰਨੀਆਂ ਵੀ ਚਾਕਰੀਆਂ ਚੰਗਿਆਈਆਂ ਜਾਂ ਬਾਹਰੋਂ ਦਿਖਾਉਣਾ ਹੈ ਮੈਂ ਬਹੁਤ ਵੱਡਾ ਸੇਵਕ ਹੈ, ਮੈਂ ਵੱਡਾ ਚੰਗੇ ਕਰਮ ਕਰਦਾ ਲੋਕਾਂ ਨੇ, ਮੈਂ ਲੰਗਰ ਲਾਉਣਾ, ਮੈਂ ਰਹਿਸ ਦਿੰਦਾ। ਅਵਰ ਸਿਆਣਪ ਹੋਰ ਜਿਹੜੀਆਂ ਤੇਰੀਆਂ ਸਿਆਣਪਾਂ ਵਗੈਰਾ ਇਹ ਦੱਸ ਵਾਹਿਗੁਰੂ ਦੀ ਦਰਗਾਹ ਵਿੱਚ ਕਿਹੜੇ ਕੰਮ ਆਉਣਗੀਆਂ? ਕੋਈ ਕੰਮ ਨਹੀਂ। ਅਵਰ ਸਿਆਣਪ ਕਿਤ। ਨਾਮ ਦੀ ਤੂੰ ਕਮਾਈ ਨਹੀਂ ਕਰਦਾ, ਇਹ ਕਾਹਦੇ ਵਾਸਤੇ, ਇਹਦਾ ਕੀ ਫਾਇਦਾ ਹੈ? ਨਾਨਕ ਨਾਮ ਸੰਭਾਲ ਤੂੰ ਬੱਧਾ ਛੁੱਟਹਿ ਜਿੱਤ। ਗੁਰੂ ਸਾਹਿਬ ਜੀ ਕਹਿੰਦੇ ਸੱਜਣਾ ਪਰਮੇਸ਼ਰ ਦੇ ਨਾਮ ਦੀ ਸੰਭਾਲ ਕਰ, ਜਿਹਦੇ ਨਾਲ ਤੂੰ ਬੱਧਿਆ ਹੋਇਆ ਆ ਜਿਹੜਾ ਵਿਕਾਰਾਂ ਔਗਣਾਂ ਵਿੱਚ ਬੰਨਿਆ ਪਿਆ ਇਹ ਤੇਰਾ ਛੁਟਕਾਰਾ ਹੋ ਜਾਵੇ। ਦੋਹਰਾ ਐ ਮਤ ਮੰਦ ਕੋ ਕ੍ਰਿਤ ਕਰਹਿ ਸੁਤ ਬਨਤਾ ਕੇ ਕਾਜ। ਐ ਮਾੜੀ ਮੱਤ ਵਾਲਿਆ। ਸੰਤ ਰੇਣ ਜੀ ਹੁਣ ਅੱਗੇ ਲਿਖਦੇ ਮਹਾਰਾਜ ਨੇ ਕਿਹਾ ਕਿ ਜਿਹੜੇ ਮਾੜੇ ਕਰਮ ਕਰਦਾ ਹੈ, ਖੋਟੇ ਕਰਮ ਕਰਦਾ ਹੈ, ਪੁੱਤਰਾਂ ਧੀਆਂ ਵਾਸਤੇ, ਇਸਤਰੀ ਵਾਸਤੇ, ਪਰਿਵਾਰ ਕੁਟੁੰਬ ਨੂੰ ਪਾਲਣ ਲਈ, ਲਹਿ ਪਲਟਾ ਦਰਗਹ ਜਬੈ ਕੋ ਨ ਆਹੇ ਤਵ ਕਾਜ। ਜਦੋਂ ਪਰਮੇਸ਼ਰ ਦੀ ਦਰਗਾਹ ਵਿੱਚ ਇਸ ਗੱਲ ਦਾ ਬਦਲਾ ਲਿਆ ਜਾਊ, ਤੇਰਾ ਹਿਸਾਬ ਕਿਤਾਬ ਹੋਣਾ। ਇਹ ਜਿਹੜੇ ਪਰਿਵਾਰਾਂ ਲਈ ਠੱਗੀਆਂ ਮਾਰਦਾ ਇਹਨਾਂ ਨੇ ਕਿਸੇ ਕੰਮ ਨਹੀਂ ਆਉਣਾ ਹੈ। ਅੰਤਰ ਜਾਮੀ ਜਾਨ ਗੁਰ ਪਰਿਓ ਚਰਨ ਪਰ ਥਾਏ। ਸੱਜਣ ਸਤਿਗੁਰੂ ਜੀ ਨੂੰ ਅੰਤਰ ਜਾਮੀ ਜਾਣ ਕਰਕੇ ਹੁਣ ਮਹਾਰਾਜ ਦੇ ਭਾਈ ਚਰਨਾਂ ਤੇ ਧਾ ਕੇ ਇੱਕਦਮ ਭੱਜ ਕੇ ਚਰਨਾਂ ਤੇ ਡਿੱਗਿਆ। ਬਖਸ਼ੋ ਹੇ ਬਖਸ਼ਿੰਦ ਜੀ ਮੈਂ ਹੋ ਅਦਕ ਗੁਨਾਹੀ। ਹੇ ਬਖਸ਼ਣਹਾਰ ਸਤਿਗੁਰੂ ਜੀ ਮੈਨੂੰ ਬਖਸ਼ ਲੈ, ਮੈਂ ਬਹੁਤ ਵੱਡਾ ਗੁਨਾਹਗਾਰ ਪਾਪੀ ਹਾਂ। ਕਹਿਓ ਗੁਰੂ ਬਖਸ਼ਾਹੇ ਜੇ ਜੋ ਧਨ ਹੈ ਤਬ ਪਾਸ। ਗੁਰੂ ਮਹਾਰਾਜ ਕਹਿੰਦੇ ਜੇ ਪਾਪ ਬਖਸ਼ਾਉਣੇ ਚਾਹੁੰਦਾ, ਜਿਹੜਾ ਤੈਂ ਧਨ ਇਕੱਠਾ ਕੀਤਾ ਤੇਰੇ ਕੋਲ ਹੈ, ਹਿਤ ਭਗਵੰਤ ਲੁਟਾਏ ਦੇ ਪੁਨ ਆਵਹੁ ਮਮ ਪਾਸ। ਇਹ ਸਾਰਾ ਪਰਮੇਸ਼ਰ ਦੇ ਨਾਮ ਤੇ ਲੁਟਾ ਦੇ, ਭਾਵ ਦਾਨ ਕਰਦੇ, ਸ਼ੁਭ ਕੰਮਾਂ ਤੇ ਲਾ ਦੇ, ਗੁਰਮੁਖਾਂ ਸਾਧੂਆਂ ਨੂੰ ਦੇ ਦੇ, ਫੇਰ ਤੂੰ ਮੇਰੇ ਕੋਲ ਆਈ। ਸੁਣ ਸੱਜਣ ਧਨ ਅਲਖ ਜੋ ਦੀਨੋ ਤਬੈ ਲੁਟਾਏ। ਇਹ ਸੁਣ ਕੇ ਜਿੰਨਾ ਵੀ ਬੇਅੰਤ ਧਨ ਸੀ
ਉਹ ਸੱਜਣ ਠੱਗ ਨੇ ਜਿੱਥੇ ਜਿੱਥੇ ਸ਼ੁਭ ਕਾਰਜਾਂ ਵਾਸਤੇ ਸਾਰਾ ਹੀ ਲੁਟਾ ਦਿੱਤਾ। ਆਇਓ ਸਤਿਗੁਰ ਸਿੱਖ ਕਰਿਓ, ਦੇਹ ਸਤਨਾਮ ਜਪਾਈ। ਤੇ ਸਤਿਗੁਰੂ ਦੇ ਚਰਨਾਂ ਚ ਆਇਆ, ਮਹਾਰਾਜ ਨੇ ਉਹਨੂੰ ਸਿੱਖ ਬਣਾਇਆ ਤੇ ਭਾਈ ਸੱਚਾ ਨਾਮ ਜਪਾ ਕਰਕੇ, ਮੰਤਰ ਨਾਮ ਦੇ ਕਰਕੇ, ਠੱਗਪਨਾ ਸਭ ਛਾੜ ਕੇ ਭਇਓ ਭਗਤ ਪ੍ਰਧਾਨ। ਫਿਰ ਉਹ ਜਿੰਨਾ ਵੀ ਠੱਗਪੁਣਾ ਸੀ ਇਹ ਸਾਰਾ ਛੱਡ ਕੇ ਵੱਡਾ ਭਾਈ ਮੁੱਖ ਭਗਤ ਪਰਮੇਸ਼ਰ ਦਾ ਬਣ ਗਿਆ। ਐਸੇ ਪਾਪੀ ਅਨਕ ਹੀ ਤਾਰੇ ਕਿਰਪਾ ਨਿਧਾਨ। ਇਹੋ ਜੇ ਕੱਲੇ ਸੱਜਣ ਠੱਗ ਕੀ ਅਨੇਕਾਂ ਹੀ ਪਾਪੀਆਂ ਨੂੰ ਕਿਰਪਾ ਦੇ ਖਜ਼ਾਨੇ ਸਤਿਗੁਰਾਂ ਨੇ ਤਾਰਿਆ, ਜਿਹੜੇ ਗਿਣੇ ਨਹੀਂ ਜਾ ਸਕਦੇ। ਕਿੰਨੇ ਕੁ ਤਾਰੇ ਮਹਾਰਾਜ ਨੇ, ਕਿਉਂ ਸੱਜਣ ਠੱਗ ਦਾ ਵੀ ਉਧਾਰ ਕਰਕੇ ਉਹਨੂੰ ਵੀ ਸੰਤ ਬਣਾਤਾ। ਗੁਰੂ ਨੇ ਕਿਰਪਾ ਕੀਤੀ ਹੈ। ਹਿਤ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥੇ। ਇੱਥੇ ਤੱਕ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥ ਪ੍ਰਥਮ ਮਹੱਲੇ ਪਹਿਲੇ ਮਹੱਲੇ ਦੇ ਮਰਦਾਨੇ ਕੋ ਪ੍ਰਲੋਕ ਮੁਲਤਾਨ ਔਰ ਸੱਜਣ ਪ੍ਰਸੰਗ ਵਰਣਨ। ਇਸ ਘਰ ਦੇ ਪ੍ਰਸੰਗ ਵਿੱਚ ਮਰਦਾਨੇ ਭਾਈ ਮਰਦਾਨੇ ਦਾ ਪ੍ਰਲੋਕ ਜਾਣਾ, ਮੁਲਤਾਨ ਜਾਣਾ, ਫਿਰ ਮਹਾਰਾਜ ਦਾ ਔਰ ਸੱਜਣ ਠੱਗ ਦਾ ਜਿਹੜਾ ਪ੍ਰਸੰਗ ਹੈ ਉਹ ਮਹਾਰਾਜ ਨੇ ਵਰਣਨ ਕੀਤਾ। ਨਾਮ ਚਤਰ ਪੰਚਾ ਸਤਮੰਦਰ ਹੈ। ਇਹ ਭਾਈ ਜੋ ਹੈ 54ਵੇਂ ਘਰ ਦਾ ਪ੍ਰਸੰਗ ਹੈ। ਆਓ ਹੁਣ ਟਾਈਮ ਹੋ ਗਿਆ। ਸਤਿਗੁਰੂ ਕਿਰਪਾ ਕਰਨ, ਭੁੱਲ ਚੁੱਕ ਦੀ ਖਿਮਾ ਬਖਸ਼ਿਸ਼ ਕਰਨ। ਹੁਣ ਕੱਲ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣੇ ਹਨ ਹਾੜ ਮਹੀਨੇ ਦੀ ਸੰਗਰਾਂਦ ਦੇ ਸੰਬੰਧ ਵਿੱਚ, ਤੇ 15 ਤਰੀਕ ਨੂੰ ਸੰਗਰਾਂਦ ਦਾ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ। ਅਗਲਾ ਪ੍ਰਸੰਗ ਜਿਹੜਾ ਹੈ ਉਸ ਦਿਨ ਸੰਗਰਾਂਦ ਵਾਲੇ ਦਿਨ ਸ਼ਾਮ ਦੇ ਸਤਸੰਗ ਵਿੱਚ ਆਪਾਂ ਵਿਚਾਰਨਾ ਕਰਾਂਗੇ। ਭੁੱਲ ਚੁੱਕ ਦੀ ਖਿਮਾ। ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ। ਜੋ ਸਰਧਾ ਕਰ ਸੇਵ ਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।